देखो जी ना प्रकाश किया जी, उत्ते चंदोआ नहीं जी, सेवा संभाल नहीं जी, रमाला साहब नहीं जी। ਅੱਜ ਤੱਕ 5 ਰੁਪਏ ਦਾ ਪੈਨ ਝੱਟ ਮਿਲ ਜਾਂਦਾ ਹੈ, ਪਰ ਉਸ ਸਮੇਂ ਇੱਕ ਸਿਆਹੀ ਬਣਾਉਣ ਦੇ ਲਈ ਇੱਕ ਮਹੀਨਾ ਲੱਗ ਜਾਂਦਾ ਸੀਗਾ ਤੇ 6 ਮਹੀਨੇ ਘੱਟੋ ਘੱਟ ਇੱਕ ਪੇਪਰ ਬਣਾਉਣ ਲੱਗਦੇ ਸੀਗੇ। ਚੌਲਾਂ ਤੋਂ ਵੀ ਪੇਪਰ ਤਿਆਰ ਕੀਤੇ ਜਾਂਦੇ ਸੀ। ਸੋਨਾ ਇਸ ਕਰਕੇ ਵਿੱਚ ਪਾਇਆ ਜਾਂਦਾ ਸੀਗਾ ਕਿ ਸੋਨਾ ਜਿਹੜਾ ਉਹਦੇ ਉੱਪਰ ਕੋਈ ਵੀ ਵੈਦਰ ਅਸਰ ਨਹੀਂ ਕਰਦਾ, ਚਾਹੇ ਧੁੱਪੇ ਪਿਆ ਰਹੇ 1000 ਸਾਲ ਤਾਂ ਵੀ ਸਿਆਹੀ ਨੂੰ ਖਰਾਬ ਨਹੀਂ। ਤਕਰੀਬਨ ਇਹ 300 ਤੋਂ 400 ਸਾਲ ਪੁਰਾਣਾ ਗ੍ਰੰਥ ਹੈ ਜੀ। ਇਹਦੇ ਵਿੱਚ ਤਕਰੀਬਨ 22 ਫੋਟੋਆਂ ਆ ਔਰ ਉਹਦੇ ਵਿੱਚ ਸੋਨੇ ਨਾਲ ਮੀਨਾਕਾਰੀ ਕੀਤੀ ਹੋਈ। ਫਿਰ ਜਰਮਨ ਟੈਕਨੀਕ ਨੇ ਨਾਲ ਤਿਆਰ ਕਰਕੇ ਉਹਨੇ 1 ਇੰਚ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, 1 ਇੰਚ ਦੀ ਗੀਤਾ ਤੇ 1 ਇੰਚ ਦੀ ਕੁਰਾਨ ਸ਼ਰੀਫ ਤਿਆਰ ਕੀਤੀ ਸੀ। ਉਹਦੇ ਵਿੱਚੋਂ ਇਹ ਪੀਸ ਹੈ। ਹਾਂਜੀ, ਇਹ 9ਵੀਂ ਸਦੀ ਦੇ ਵਿੱਚ ਅੱਜ ਤੋਂ 900 ਸਾਲ ਪਹਿਲਾਂ ਛਪੀ ਹੋਈ ਤਾੜ ਪੱਤਰ ਦੇ ਉੱਪਰ ਛਪੀ ਹੋਈ ਰਾਮਾਇਣ ਹੈ ਜੀ ਇਹ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਸ਼ਹੀਦਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦਾਂ। ਜੇ ਗੱਲਬਾਤ ਕਰਾਂ ਤੇ ਇੱਥੇ ਅੱਜ ਬਾਹਰਲੇ ਪਾਸੇ ਲੱਗੀ ਹੋਈ ਗੁਰਦੁਆਰਾ ਸਾਹਿਬ ਦੀ ਇੰਜ ਕਹਿ ਲਈਏ ਵੀ ਹਦੂਦ ਦੇ ਅੰਦਰ ਪ੍ਰਦਰਸ਼ਨੀ, ਤੇ ਮੈਂ ਅਕਸਰ ਅੱਗੇ ਕਈ ਵਾਰੀ ਕਹਿਣਾ ਹੁੰਦਾ ਵੀ ਅੱਜ ਵਿਕਾਸ ਦਾ ਯੁੱਗ ਹੈ, ਦੁਨੀਆ ਬਹੁਤ ਅੱਗੇ ਤੱਕ ਜਾਂਦੀ ਹੈ। ਜੇ ਸਾਡੇ ਘਰਾਂ ਦੀ ਗੱਲ ਕਰੀਏ ਤੇ ਸਾਡੇ ਘਰਾਂ ਦੇ ਵਿੱਚ ਕੋਈ ਪ੍ਰਾਚੀਨ ਚੀਜ਼ਾਂ ਨਹੀਂ ਮਿਲਦੀਆਂ ਪਈਆਂ। ਕਿਸੇ ਵੇਲੇ ਹੁੰਦਾ ਸੀ ਸਾਡੇ ਘਰਾਂ ਦੇ ਵਿੱਚ ਚੱਕੀਆਂ ਵੀ ਹੱਥ ਬਲੀਆਂ ਮਿਲ ਜਾਂਦੀਆਂ ਹੁੰਦੀਆਂ ਸੀ ਤੇ ਚਰਖੇ ਵੀ ਮਿਲ ਜਾਂਦੇ ਹੁੰਦੇ ਸਨ। ਸਮਾਂ ਪਾ ਕੇ ਨਾ ਉਹ ਚਰਖੇ ਰਹੇ, ਨਾ ਚਰਖੇ ਕੱਤਣ ਵਾਲੀਆਂ ਮਾਈਆਂ ਰਹੀਆਂ, ਤੇ ਨਾ ਹੀ ਉਹ ਚੱਕੀਆਂ ਰਹੀਆਂ, ਤੇ ਨਾ ਚੱਕੀਆਂ ਨੂੰ ਚਲਾਉਣ ਵਾਲੇ ਉਹ ਹੱਥ ਰਹੇ। ਸਮਾਂ ਪਾ ਕੇ ਸਾਡੇ ਘਰਾਂ ਦੇ ਵਿੱਚੋਂ ਚੀਜ਼ਾਂ ਅਲੋਪ ਹੋ ਗਈਆਂ। ਜੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਾਈਏ, ਪੁਰਾਣੇ ਖੂਹ ਹੁੰਦੇ ਸੀ, ਪੁਰਾਣੇ ਰੁੱਖ ਹੁੰਦੇ ਸੀ, ਪ੍ਰਾਚੀਨ ਨਿਸ਼ਾਨੀਆਂ ਹੁੰਦੀਆਂ ਸੀ। ਅਸੀਂ ਸਮਾਂ ਪਾ ਕੇ ਨਵੀਨੀਕਰਨ ਕਰਨ ਲੱਗੇ ਤੇ ਉਹ ਵੀ ਚੀਜ਼ਾਂ ਖਤਮ ਕਰ ਦਿੱਤੀਆਂ। ਜੇ ਕਿਸੇ ਅਜਾਇਬ ਘਰ ਦੇ ਵਿੱਚ ਚਲੇ ਜਾਵਾਂ ਤੇ ਪ੍ਰਾਚੀਨ ਗ੍ਰੰਥ ਸਾਨੂੰ ਕਈ ਵਾਰੀ ਨਹੀਂ ਲੱਭਦੇ। ਪਰ ਇਹੋ ਜਿਹੇ ਯੁੱਗ ਦੇ ਅੰਦਰ ਜਦੋਂ ਬਿਲਕੁਲ ਅਸੀਂ ਅਗਾਂਹ ਨੂੰ ਦੌੜਦੇ ਪਏ ਹਾਂ, ਕੁਛ ਵੀਰਾਂ ਨੇ ਥੋੜਾ ਪਿੱਛਾਂ ਨੂੰ ਧਿਆਨ ਕੀਤਾ। ਉਹ ਕਹਿੰਦੇ ਪਿੱਛੇ ਸਾਡਾ ਬੜਾ ਵੱਡਾ ਇਤਿਹਾਸ ਹੈ, ਸਾਡੀਆਂ ਬੋਲੀਆਂ ਪਿੱਛੇ ਮਰਦੀਆਂ ਪਈਆਂ ਨੇ, ਸਾਡੇ ਸਿੱਕੇ ਜਿਹੜੇ ਨੇ ਸਮਾਂ ਪਾ ਕੇ ਸਮਾਪਤ ਹੋ ਜਾਣਗੇ। ਜਿਹੜੇ ਮੂੰਹੋਂ ਬੋਲਦਾ ਇਤਿਹਾਸ ਨੇ, ਦੇਖੋ ਇਤਿਹਾਸ ਕੱਲਾ ਲਿਖਾਰੀ ਦੁਆਰਾ ਕਿਤਾਬਾਂ ਵਿੱਚ ਨਹੀਂ ਲਿਖਿਆ ਜਾਂਦਾ ਹੁੰਦਾ। ਇਤਿਹਾਸ ਉੱਥੋਂ ਦੀ ਭੂਗੋਲਿਕ ਸਥਿਤੀ ਦੇ ਵਿੱਚ ਵੀ ਹੁੰਦਾ ਹੈ, ਤੇ ਇਤਿਹਾਸ ਕਈ ਵਾਰੀ ਉਸ ਸਮੇਂ ਦੀਆਂ ਪ੍ਰਾਚੀਨ ਇਮਾਰਤਾਂ ਵੀ ਬੋਲ ਬੋਲ ਕੇ ਦੱਸਦੀਆਂ ਨੇ। ਤੇ ਕਈ ਵਾਰੀ ਪੁਰਾਣੇ ਗ੍ਰੰਥ ਤੇ ਪੁਰਾਣੇ ਸਿੱਕੇ ਜਿਹੜੇ ਨੇ, ਪੁਰਾਣੇ ਦਸਤਾਵੇਜ਼, ਪੁਰਾਣੀਆਂ ਤਵਾਰੀਖਾਂ ਨੇ, ਉਹ ਵੀ ਇਤਿਹਾਸ ਦੀਆਂ ਗਵਾਹ ਹੋ ਜਾਂਦੀਆਂ ਨੇ। ਇਸੇ ਪ੍ਰਕਾਰ ਮੈਂ ਗੱਲ ਕਰਾਂ ਤੇ ਸਾਡੇ ਵੀਰ ਰਜਿੰਦਰ ਸਿੰਘ ਤੇ ਵੀਰ ਪਰਮਿੰਦਰ ਸਿੰਘ ਨੇ ਬੜਾ ਵੱਡਾ ਉਦਮ ਤੇ ਉਪਰਾਲਾ ਕੀਤਾ ਹੈ। ਅੱਜ ਇਹਨਾਂ ਨੇ ਇੱਕ ਪ੍ਰਦਰਸ਼ਨੀ ਤੇ ਪ੍ਰਾਚੀਨ ਜਿਹੜੇ ਗ੍ਰੰਥ ਨੇ, ਪ੍ਰਾਚੀਨ ਸਾਡੇ ਹਥਿਆਰ ਨੇ, ਤੇ ਜੇ ਇੰਜ ਗੱਲ ਕਹਿ ਸਕਾਂ ਪ੍ਰਾਚੀਨ ਸਿੱਕੇ ਨੇ, ਉਹਨਾਂ ਸਾਰਿਆਂ ਦੀ ਪ੍ਰਦਰਸ਼ਨੀ ਲਾਈ ਆ। ਉਹ ਆਪਾਂ ਗੱਲਬਾਤ ਕਰਦੇ ਹਾਂ। ਵੀਰਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਚਾਹਾਂਗਾ ਵੀ ਸਾਨੂੰ ਇੱਕ ਤਾਂ ਜਾਣਕਾਰੀ ਦਿਓ ਵੀ ਪਹਿਲੀ ਗੱਲ ਤੇ ਵੀ ਤੁਹਾਨੂੰ ਸ਼ੌਂਕ ਪਿਆ ਕਿਵੇਂ ਹੈ, ਜਦ ਕਿ ਅੱਜ ਕੱਲ੍ਹ ਸਾਡੇ ਬੱਚੇ ਇਸ ਪਾਸੇ ਤੁਰਦੇ ਨਹੀਂ। ਤੁਹਾਡੀ ਉਮਰ ਦੇ ਤੇ ਆਮ ਕਰਕੇ ਕਹਿੰਦੇ ਵੀ +2 ਕੀਤੀ ਜਾਵੇ, ਸਾਡੇ ਆਈਲੈਟਸ ਦੇ ਬੈਂਡ ਆ ਜਾਣ ਤੇ ਦਬਾ ਦਬ ਹੁਣ ਅਸੀਂ ਚੱਲੀਏ ਕੈਨੇਡਾ ਨੂੰ, ਅਮਰੀਕਾ ਨੂੰ, ਅਸੀਂ ਕਿਸੇ ਹੋਰ ਮੁਲਕ ਦੇ ਵਿੱਚ ਨਿਕਲੀਏ। ਪਰ ਲੋਕ ਅਗਾਂਹ ਨੂੰ ਜਾਂਦੇ ਨੇ, ਤੁਸੀਂ ਪਿਛਾਂਹ ਨੂੰ ਤੁਰ ਪਏ ਹੋ, ਔਰ ਪ੍ਰਾਚੀਨ ਸਿੱਕੇ ਲੱਭਦੇ ਹੋ, ਪ੍ਰਾਚੀਨ ਸ਼ਸਤਰ ਲੱਭਦੇ ਹੋ, ਪ੍ਰਾਚੀਨ ਗ੍ਰੰਥ ਲੱਭਦੇ ਹੋ। ਇਹ ਸ਼ੌਂਕ ਪਿਆ ਕਿਵੇਂ ਹੈ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਜਿਸ ਕੌਮਾਂ ਦੇ ਇਤਿਹਾਸ ਨਹੀਂ ਰਹਿੰਦੇ, ਉਹ ਕੌਮਾਂ ਇੱਕ ਦਿਨ ਨਸ਼ਟ ਹੋ ਜਾਂਦੀਆਂ ਆ। ਤੇ ਆਪਣੀ ਵੀ ਇਹੀ ਕੋਸ਼ਿਸ਼ ਵੱਡੇ ਵੱਡੇ ਨੂੰ ਆਪਣੇ ਦੇਖਦੇ ਆਉਂਦੇ ਆ ਕਾਫੀ ਸਮੇਂ ਤੋਂ। ਹੁਣ ਮੈਂ ਵੀ 6 ਸਾਲ ਤੋਂ ਇਹ ਲੱਗਾ ਸੀ ਦੇਖਣ ਕਿ ਦੁਨੀਆ ਦੇ ਉੱਪਰੋਂ ਹਰ ਇੱਕ ਦਿਨ ਚਲੇ ਜਾਣਾ ਆ, ਪਰ ਜਾਣ ਤੋਂ ਪਹਿਲਾਂ ਅਸੀਂ ਕੌਮ ਨੂੰ ਇਹੋ ਜਿਹਾ ਕੋਈ ਨਾ ਕੁਝ ਦੇ ਜਾਈਏ ਜਿਹੜੀ ਦੁਨੀਆ ਯਾਦ ਕਰੇ। ਤੇ ਇਸੇ ਕਰਕੇ ਤਕਰੀਬਨ ਮੈਂ 6 ਸਾਲ ਪਹਿਲਾਂ ਤੇ ਗ੍ਰੰਥ ਪੁਰਾਤਨ ਹੱਥ ਲਏ ਤੇ ਇਕੱਠੇ ਲੱਗਾ ਸੀ ਕਰਨਾ। ਜਿੱਦਾਂ ਹੁਣ ਆਪਾਂ ਦੇਖੀਏ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਕਿਸੇ ਨੇ ਅੱਜ ਕੋਈ ਚੀਜ਼ ਲਿਖਣੀ ਆ ਤੇ ਬਾਜ਼ਾਰੋਂ 5 ਰੁਪਏ ਦਾ ਇੱਕ ਪੈਨ ਮਿਲ ਜਾਂਦਾ ਹੈ ਤੇ 10 ਰੁਪਏ ਦੀ ਕਾਪੀ ਮਿਲ ਜਾਂਦੀ ਆ। ਪਰ ਸਦੀਆਂ ਪਹਿਲਾਂ ਸਾਡੇ ਬਜ਼ੁਰਗਾਂ ਨੇ ਕਿੰਨੀ ਮਿਹਨਤ ਕੀਤੀ ਹੋਊਗੀ। ਤੇ ਦੇਖੋ, ਅੱਜ ਤੱਕ 5 ਰੁਪਏ ਦਾ ਪੈਨ ਝੱਟ ਮਿਲ ਜਾਂਦਾ ਹੈ, ਪਰ ਉਸ ਸਮੇਂ ਇੱਕ ਸਿਆਹੀ ਬਣਾਉਣ ਦੇ ਲਈ ਇੱਕ ਮਹੀਨਾ ਲੱਗ ਜਾਂਦਾ ਸੀਗਾ ਤੇ 6 ਮਹੀਨੇ ਘੱਟੋ ਘੱਟ ਇੱਕ ਪੇਪਰ ਬਣਾਉਣ ਲੱਗਦੇ ਸੀਗੇ। ਚੌਲਾਂ ਤੋਂ ਵੀ ਪੇਪਰ ਤਿਆਰ ਕੀਤੇ ਜਾਂਦੇ ਸੀਗੇ। ਜਿਵੇਂ ਕਿ ਸਿਆਹੀ ਦੇ ਵਿੱਚ 25 ਤੋਂ 30 ਬੂਟੀਆਂ ਪੈਂਦੀਆਂ ਸੀਗੀਆਂ, ਜਿਵੇਂ ਲਾਜਵਰਦਾ ਹੋ ਗਿਆ, ਕੱਜਲ ਹੋ ਗਿਆ, ਸੋਨਾ ਹੋ ਗਿਆ, ਕਸਤੂਰੀ ਹੋ ਗਈ, ਤੇ ਆਪਣੇ ਕੇਸਰ ਹੋ ਗਿਆ। ਉਹਨੂੰ ਮਹੀਨਾ ਇਸ ਕਰਕੇ ਲੱਗਦਾ ਹੁੰਦਾ ਸੀਗਾ ਕਿ ਜਿੱਦਾਂ ਕੇਸਰ ਜੇ ਤੁਸੀਂ ਵਿੱਚ ਕੱਚਾ ਰਹਿਣ ਦਿੱਤਾ ਤਾਂ ਤੁਹਾਡੀ ਸਿਆਹੀ ਨੂੰ ਕੀੜਾ ਪੈ ਜਾਣਾ ਆ। ਸੋਨਾ ਇਸ ਕਰਕੇ ਵਿੱਚ ਪਾਇਆ ਜਾਂਦਾ ਸੀਗਾ ਕਿ ਸੋਨਾ ਜਿਹੜਾ ਉਹਦੇ ਉੱਪਰ ਕੋਈ ਵੀ ਵੈਦਰ ਅਸਰ ਨਹੀਂ ਕਰਦਾ, ਚਾਹੇ ਧੁੱਪੇ ਪਿਆ ਰਹੇ 1000 ਸਾਲ ਤਾਂ ਵੀ ਸਿਆਹੀ ਨੂੰ ਖਰਾਬ ਨਹੀਂ ਹੁੰਦਾ। ਇਸ ਕਰਕੇ ਤਾਂ ਫਿਰ ਮੈਂ ਸੋਚਣਾ ਸ਼ੁਰੂ ਕੀਤਾ ਕਿ ਸਾਡੇ ਬਜ਼ੁਰਗ ਇੰਨੀ ਮਿਹਨਤ ਕਰਦੇ ਸੀ, ਆਪਾਂ ਕਿਉਂ ਨਾ ਉਸ ਚੀਜ਼ ਨੂੰ ਸਾਂਭਿਆ ਜਾਵੇ, ਹੈ ਨਾ। ਤੇ ਜੋ ਸਾਰਾ ਚੀਜ਼ ਅੱਜ ਕੱਲ੍ਹ ਨਸ਼ਟ ਹੋ ਰਿਹਾ ਆ,
ਕੁਝ ਤੁਹਾਨੂੰ ਪਤਾ ਹੀ ਹੁਣ, ਚਲੋ ਕਹਿਣਾ ਤਾਂ ਨਹੀਂ ਚਾਹੀਦਾ, ਫਿਰ ਵੀ ਸਾਡਾ ਜਿਹੜਾ ਸਰੋਤ ਬਹੁਤ ਨਸ਼ਟ ਕੀਤੇ ਜਾ ਰਹੇ ਆ, ਜਾਂ ਬਜ਼ੁਰਗ ਚੜ੍ਹਾਈ ਕਰ ਰਹੇ ਆ, ਗਾਹਾਂ ਪਰਿਵਾਰ ਨੂੰ ਉਸ ਚੀਜ਼ ਦੀ ਨੌਲੇਜ ਨਹੀਂ ਹੈਗੀ, ਉਹ ਰੱਦੀ ਦੇ ਪਾਸ ਸਿੱਟੀ ਜਾ ਰਹੇ ਆ। ਇਸ ਕਰਕੇ ਮੈਂ ਤਕਰੀਬਨ 6 ਸਾਲ ਤੋਂ ਮੇਰੇ ਵੀਰ ਪਰਮਿੰਦਰ ਸਿੰਘ ਹੁਣੀ, ਉਹਨਾਂ ਦਾ ਜ਼ਿਆਦਾ ਵੱਡਾ ਤਜਰਬਾ ਆ, ਤੇ ਆਪਾਂ ਦੋਵਾਂ ਨੇ ਰਲ ਕੇ ਫਿਰ ਅੱਜ ਕਰ ਰਹੇ ਹਾਂ ਜੀ। ਤੇ ਅੱਜ ਮਾਲਪੁਰ ਗੁਰਦੁਆਰੇ ਪ੍ਰਦਰਸ਼ਨੀ ਲਗਾਈ ਸੀ ਜੀ ਇਹ। ਜੀ ਬਿਲਕੁਲ ਜੀ, ਮਾਲਪੁਰ ਦੇ ਜੇ ਅਸੀਂ ਗੱਲਬਾਤ ਕਰੀਏ ਤੇ ਗੁਰਦੁਆਰਾ ਸ਼ਹੀਦਾਂ ਵਿਖੇ ਇਹ ਪ੍ਰਦਰਸ਼ਨੀ ਹੈ ਤੇ ਇੱਥੇ ਸੰਗਤਾਂ ਵੀ ਬੜੇ ਵੱਡੇ ਪੱਧਰ ਦੇ ਉੱਪਰ ਲਾਹਾ ਲੈ ਰਹੀਆਂ ਨੇ। ਵੀਰ ਜੀ, ਇਹ ਜਿਹੜੇ ਗ੍ਰੰਥ ਨੇ ਆ ਜਿਹੜੇ ਹੁਣ ਸਾਡੇ ਸਾਹਮਣੇ ਪਏ ਹੋਏ ਨੇ, ਇਹਨਾਂ ਦੀ ਖਾਸੀਅਤ ਕੀ ਹੈ, ਕਿੰਨੇ ਕੁ ਪੁਰਾਣੇ ਨੇ, ਕਿਸ ਮਤ ਨਾਲ ਜੁੜੇ ਹੋਏ ਨੇ, ਇਹ ਤੋਂ ਲੋਕਾਂ ਨੂੰ ਕੀ ਫਾਇਦਾ ਹੋ ਸਕਦਾ ਹੈ? ਦੇਖੋ ਜੀ, ਜਿਹੜਾ ਇਹ ਗ੍ਰੰਥ ਵਾ ਇਹ ਰਿਗਵੇਦ ਵਾ ਔਰ ਹੈਂਡਮੇਡ ਪੇਪਰ ਵਾ ਜੀ ਇਹ। ਅੱਛਾ। ਤੇ ਇਹ ਵੀ ਬਾਕੀ ਜਿਹੜੇ ਗ੍ਰੰਥ ਸਰਵੇ ਸਨਾਤਨ ਧਰਮ ਸੰਬੰਧੀ ਦਾ ਤਕਰੀਬਨ ਇਹ 300 ਤੋਂ 400 ਸਾਲ ਪੁਰਾਣਾ ਗ੍ਰੰਥ ਆ ਜੀ ਇਹ। ਬੱਲੇ ਬੱਲੇ ਬੱਲੇ। ਹਾਂਜੀ ਜੀ। ਤੇ ਇਹਨੂੰ ਮੈਨੂੰ ਪਤਾ ਲੱਗਾ ਵੀ ਜਿਵੇਂ ਆਪਾਂ ਇਸ ਤਰੀਕੇ ਨਾਲ ਖੋਲਦੇ ਆ, ਇਹ ਇਸ ਤਰੀਕੇ ਨਾਲ ਖੁੱਲਦਾ। ਜਿੱਦਾਂ ਬਾਕੀ ਕਿਤਾਬ ਹੁੰਦੀ ਆ ਅਸੀਂ ਇਦਾਂ ਖੋਲਦੇ, ਪਰ ਇਹਦਾ ਪ੍ਰਕਾਸ਼ ਜਿਹੜਾ ਇਹ ਉਲਟ ਪਾਸੇ ਨੂੰ ਕੀਤਾ ਜਾਂਦਾ ਆ। ਅੱਛਾ। ਹਾਂਜੀ ਹਾਂਜੀ, ਦੂਜੇ ਪਾਸੇ ਨੂੰ ਕੀਤਾ ਜਾਂਦਾ, ਇਸ ਕਰਕੇ ਇਹਦੀ ਜਿਲਦ ਨਹੀਂ ਬੰਨੀ ਹੈਗੀ ਜੀ। ਇਹ ਜਿਵੇਂ ਰਿਗਵੇਦ ਦੀ ਗੱਲ ਕਹਿ ਲਈਏ, ਤੇ ਇਹ ਹੋਰ ਗ੍ਰੰਥ ਕਿਹੜੇ ਕਿਹੜੇ ਨੇ? ਇਹ ਸਨਾਤਨ ਧਰਮ ਇੱਕ ਯੋਗ ਸਾਧਨਾ ਗ੍ਰੰਥ ਜਿਹੜਾ ਸਾਡਾ ਆਹ ਗ੍ਰੰਥ ਵਾ, ਇਹ ਯੋਗ ਸਾਧਨਾ ਦਾ ਵੱਡਾ ਗ੍ਰੰਥ ਵਾ, ਤੇ ਉਹਦਾ ਆਕਾਰ ਦਾ ਛੋਟਾ ਗ੍ਰੰਥ ਆ ਜੀ ਉਹ। ਅੱਛਾ, ਉਹਦੇ ਆਕਾਰ ਦੇ ਵਿੱਚ ਛੋਟਾ ਗ੍ਰੰਥ ਹੈ। ਇਹ ਵੈਸੇ ਕਈ ਆਮ ਕਰਕੇ ਜਿਵੇਂ ਹੁਣ ਤੁਸੀਂ ਖੋਲਿਆ ਹੋਇਆ, ਤੇ ਕਈਆਂ ਦੇ ਮਨ ਦੇ ਵਿੱਚ ਆਵੇਗਾ ਵੀ ਦੇਖੋ ਜੀ, ਕਿਉਂਕਿ ਤਸਵੀਰ ਕਰਨ ਵਾਲੇ ਨੇ ਤਾਂ ਤਸਵੀਰ ਕਰ ਲੈਣੀ ਆ ਨਾ। ਦੇਖੋ, ਕੀੜੀ ਨੇ ਸੀਸ ਮਹਿਲ ਦੇ ਵਿੱਚ ਵੜ ਕੇ ਮੇਰੇ ਵੀਰਾ ਜੀ, ਉਹਨੇ ਸੀਸ ਮਹਿਲ ਨਹੀਂ ਦੇਖਣਾ, ਉਹਨੇ ਸਿਰਫ ਇੱਕ ਸਰਾਖ ਭਾਲਣਾ ਵੀ ਮੈਂ ਬੜਾਂ ਕਿੱਥੇ। ਜਿਹਨੇ ਨੁਕਸ ਕੱਢਣਾ ਉਹਨੇ ਕੱਢ ਲੈਣਾ। ਕਿਸੇ ਨੇ ਕਹਿ ਦੇਣਾ ਦੇਖੋ ਜੀ ਇਹਨਾਂ ਪ੍ਰਕਾਸ਼ ਕੀਤਾ ਜੀ, ਉੱਤੇ ਚੰਦੋਆ ਨਹੀਂ ਜੀ, ਸੇਵਾ ਸੰਭਾਲ ਨਹੀਂ ਜੀ, ਰਮਾਲਾ ਸਾਹਿਬ ਨਹੀਂ ਜੀ। ਮੈਂ ਚਾਹਾਂਗਾ ਇਸ ਤੋਂ ਪਹਿਲਾਂ ਜਾਣਕਾਰੀ ਦੇ ਦਿਓ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਇਹ ਗ੍ਰੰਥ ਕਿਹੜਾ ਆ, ਇਹਦਾ ਆਕਾਰ ਕੀ ਹੈ, ਇਹਦੇ ਵਿੱਚ ਕੀ ਜਾਣਕਾਰੀਆਂ ਦਿੱਤੀਆਂ ਗਈਆਂ ਨੇ, ਤੇ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ? ਇਹ ਜੀ ਯੋਗ ਸਾਧਨਾ ਨਾਲ ਸੰਬੰਧਿਤ ਗ੍ਰੰਥ ਵਾ, ਤੇ ਤਕਰੀਬਨ ਇਹ 1890 ਦਾ ਲਿਖਿਆ ਹੋਇਆ ਗ੍ਰੰਥ ਵਾ, ਤੇ ਇੱਕ ਹੀ ਲਿਖਾਰੀ ਨੇ ਲਿਖਿਆ, ਤੇ ਤਕਰੀਬਨ ਜਿਹੜਾ ਦਾ ਵਜਨ ਉਹ 15 ਕਿਲੋ ਦੇ ਕਰੀਬ ਆ। ਅੱਛਾ, 15 ਕਿਲੋ। ਹਾਂਜੀ, ਤੁਸੀਂ ਦੇਖੋ ਕਿ ਜਿਸ ਲਿਖਾਰੀ ਨੇ ਇਹ ਲਿਖਿਆ ਤੇ ਤਕਰੀਬਨ ਉਹਦੀ ਸਾਰੀ ਜ਼ਿੰਦਗੀ ਲੱਗੀ ਹੋਊਗੀ, ਤੇ ਲਿਖਿਆ ਵੀ ਇੱਕ ਨੇ ਆ। ਤੇ ਜੇ ਅੱਜ ਦੇ ਸਮੇਂ ਵਿੱਚ ਲਿਖਿਆ ਜਾਵੇ ਤਾਂ ਮੈਨੂੰ ਲੱਗਦਾ ਨਹੀਂ ਲਿਖਿਆ ਜਾਊਗਾ। ਤੇ ਇਹ ਕੁਝ ਦਿਨ ਹੀ ਪਹਿਲਾਂ ਮੇਰੇ ਵੀਰ ਪਰਮਿੰਦਰ ਸਿੰਘ ਨੇ ਪ੍ਰਾਪਤ ਕੀਤਾ ਬੜੀ ਮੁਸ਼ਕਲ ਦੇ ਨਾਲ ਇਹ ਗ੍ਰੰਥ। ਇਸ ਗ੍ਰੰਥ ਦੇ ਨਾਲ ਦਾ ਦੂਜਾ ਕਿਤੇ ਗ੍ਰੰਥ ਨਹੀਂ ਮਿਲੂਗਾ ਜ਼ਿੰਦਗੀ 'ਚ। ਅੱਛਾ, ਇਸ ਗ੍ਰੰਥ ਦੇ ਨਾਲ ਦਾ ਦੂਜਾ ਗ੍ਰੰਥ ਹੀ ਹੈ ਨਹੀਂ? ਨਹੀਂ ਜੀ, ਬਿਲਕੁਲ ਨਹੀਂ। ਇਹ ਦਾਵਾ ਆਪਾਂ ਕਿਵੇਂ ਕਰ ਸਕਦੇ ਹਾਂ? ਦੇਖੋ ਜੀ, ਇਹ ਗ੍ਰੰਥ ਦੇ ਨਾਲ ਦਾ ਜਿਵੇਂ ਹੁਣ ਮੇਘ ਵਿਨੋਦ ਗ੍ਰੰਥ ਵਾ, ਮੇਘ ਵਿਨੋਦ ਵੀ ਗ੍ਰੰਥ ਫਗਵਾੜੇ ਦੇ ਮੇਘ ਮੁਨੀ ਨੇ ਲਿਖਿਆ ਸੀਗਾ, ਉਹ ਵੀ ਗ੍ਰੰਥ ਤਕਰੀਬਨ ਇੱਕੋ ਹੀ, ਉਹਦੇ ਉਤਾਰੇ ਤਾਂ ਬਹੁਤ ਹੋਏ ਆ ਪਰ ਓਰੀਜਨਲ ਨਹੀਂ ਮਿਲਦਾ। ਉਸੇ ਤਰ੍ਹਾਂ ਇਹ ਆ, ਤੇ ਇਹ ਤੋਂ ਓਰੀਜਨਲ ਤੁਹਾਨੂੰ ਗ੍ਰੰਥ ਨਹੀਂ ਮਿਲਦਾ, ਉਤਾਰਾ ਤੇ ਤਾਂ ਹੋ ਸਕਦਾ ਪਰ ਓਰੀਜਨਲ ਨਹੀਂ ਮਿਲ ਸਕਦਾ ਜੀ। ਹਾਂਜੀ। ਫਿਰ ਇਹ ਜਿਹੜੇ ਗ੍ਰੰਥ ਨੇ ਇਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਦੇ ਹੋ ਤੁਸੀਂ? ਜਦੋਂ ਇਹ ਪ੍ਰਾਪਤ ਕੀਤਾ ਸੀ, ਇਹਦੀ ਜਿਲਦ ਤਾਂ ਬਹੁਤ ਖਸਤਾ ਹਾਲਤ ਦੇ ਵਿੱਚ ਸੀਗੀ। ਇੱਥੇ ਪ੍ਰਦਰਸ਼ਨੀ ਲਾਉਣ ਤੋਂ ਪਹਿਲਾਂ ਤੇ ਇਹਦੀ ਜਿਲਦ ਦੁਆਰਾ ਸਪੈਸ਼ਲ ਬਣਾਈ ਆ, ਤੇ ਫਿਰ ਪ੍ਰਕਾਸ਼ ਕੀਤਾ ਜੀ ਇਹ। ਜੀ। ਰਜਿੰਦਰ ਜੀ, ਜੇ ਗੱਲਬਾਤ ਕਰੀਏ ਹੁਣ, ਕੋਈ ਇਹ ਵੀ ਸਵਾਲ ਕਰ ਸਕਦਾ ਵੀ ਜਿਹੜੇ ਇਹ ਗ੍ਰੰਥ ਇਹਨਾਂ ਨੇ ਸਾਂਭੇ ਹੋਏ ਨੇ, ਇਹਦਾ ਕੀ ਫਾਇਦਾ ਆ? ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ, ਪਰ ਇਹ ਜਿਵੇਂ ਤੁਸੀਂ ਦੱਸਿਆ ਵੀ ਯੋਗ ਸਾਧਨਾ ਨਾਲ ਰਿਲੇਟਡ ਗ੍ਰੰਥ ਹੈ, ਇਹਦੀ ਭਾਸ਼ਾ ਕਿਹੜੀ ਹੈ? ਇਹਦੀ ਭਾਸ਼ਾ ਤਾਂ ਪੰਜਾਬੀ ਗੁਰਮੁਖੀ ਆ, ਤੇ ਲੇਕਿਨ ਸਾਂਭਣ ਦਾ ਕਾਰਨ ਹੈ ਕਿ ਸਾਨੂੰ ਤੇ ਜਾਂ ਆਉਣ ਵਾਲੇ ਜਨਰੇਸ਼ਨ ਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਪਿੱਛੇ ਵਿਰਸਾ ਕਿੱਡਾ ਵਿਸ਼ਾਲ ਸੀਗਾ। ਸਾਡਾ ਜਿਹੜਾ ਪੰਜਾਬ ਦਾ ਸੱਭਿਆਚਾਰ ਇਕੱਲਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਨਹੀਂ, ਸਾਡਾ ਪੰਜਾਬੀ ਸਿੱਖ ਜਿਹੜਾ ਸੱਭਿਆਚਾਰ ਬੜਾ ਵਿਸ਼ਾਲ ਵਾ। ਤੇ ਉਹਦੇ ਸੰਬੰਧ ਵਿੱਚ ਜਿੰਨੇ ਵੀ ਗ੍ਰੰਥ ਅਸੀਂ ਵੱਧ ਤੋਂ ਵੱਧ ਇਕੱਤਰ ਕਰ ਸਕਦੇ ਹਾਂ, ਅਸੀਂ ਇਕੱਠੇ ਕਰ ਰਹੇ ਹਾਂ। ਤੇ ਚਾਹੇ ਉਹ ਸਿੱਖ ਧਰਮ ਨਾਲ ਸੰਬੰਧਿਤ ਗ੍ਰੰਥ ਹੋਵੇ, ਚਾਹੇ ਮੁਸਲਮਾਨ ਧਰਮ ਨਾਲ ਸੰਬੰਧਿਤ, ਚਾਹੇ ਹੋਵੇ ਸਨਾਤਨ ਧਰਮ ਨਾਲ ਸੰਬੰਧਿਤ, ਆਪਾਂ ਗ੍ਰੰਥ ਉਹ ਇਕੱਤਰ ਕਰਾਂਗੇ ਜੀ। ਹਾਂਜੀ। ਇਹ ਹੁਣ ਜੇ ਭਾਸ਼ਾ ਦੀ ਗੱਲ ਕਰੀਏ, ਜਿਵੇਂ ਤੁਸੀਂ ਦੱਸਦੇ ਹੋ ਵੀ ਪੰਜਾਬੀ ਭਾਸ਼ਾ ਹੈ, ਪੰਜਾਬੀ ਦੀ 35 ਦੀ ਗੱਲਬਾਤ ਆਪਾਂ ਕਰੀਏ, ਪਰ ਇਹ ਫਿਰ ਇਹਦਾ ਅਰਥ ਹੈ ਵੀ ਪੰਜਾਬ ਦੇ ਵਿੱਚ ਹੀ ਲਿਖਿਆ ਗਿਆ ਹੋਵੇਗਾ? ਹਾਂਜੀ, ਬਿਲਕੁਲ ਜੀ। ਪੰਜਾਬ ਦੇ ਇਹਦੇ ਪਿਛਲੇ ਪਾਸੇ ਉਹਦਾ ਨਾਂ ਵੀ ਲਿਖਿਆ ਹੋਇਆ ਕਵੀ ਦਾ ਜੀ, ਤੁਹਾਨੂੰ ਮੈਂ ਪੜ੍ਹਾ ਵੀ ਦਿੰਦਾ ਜੀ। ਮੈਂ ਚਾਹਾਂਗਾ ਬਿਲਕੁਲ ਜਾਣਕਾਰੀਆਂ ਦਿੱਤੀਆਂ ਜਾਣ ਸਾਨੂੰ। ਤੇ ਇਹ ਕਾਗਜ਼ ਕਿਹੜਾ ਯੂਜ਼ ਹੋਇਆ ਜੀ ਇਹਦੇ ਵਿੱਚ? ਇਹ ਕਾਗਜ਼ ਤਕਰੀਬਨ ਜੀ ਹੈਗਾ ਤਾਂ ਹੈਂਡਮੇਡ ਕਾਗਜ਼ ਇਹ ਵੀ ਬਣਾਇਆ ਹੋਇਆ ਜੀ। ਇਹ ਪਿੱਛੇ ਕੁਝ ਪੰਨੇ ਛੱਡੇ ਵੀ ਹੁੰਦੇ ਸੀ, ਹਨਾ? ਪਰ ਹੁਣ ਦੂਜੇ ਪਾਸੇ ਪੜ੍ਹੇ ਜਾਣਾ, ਤੁਹਾਨੂੰ ਮੈਂ ਦੂਜੇ ਪਾਸੇ ਪੜ੍ਹਾ ਦਿੰਦਾ। ਦੂਜੇ ਪਾਸੇ ਪੜ੍ਹਾ ਦਿਓ ਜੀ, ਬਿਲਕੁਲ ਜੀ, ਬਿਲਕੁਲ। ਤੇ ਇਹ ਫਿਰ ਜਿਵੇਂ ਹੁਣ ਕਾਗਜ਼ ਜ਼ਿਆਦਾ ਪੁਰਾਣਾ ਹੋਣ ਕਰਕੇ ਪੱਤੇ ਭੁਰ ਵੀ ਜਾਂਦੇ ਹੋਣਗੇ? ਹਾਂਜੀ, ਹੱਥ ਲਾਏ ਤੇ ਪੱਤੇ ਭੁਰਦੇ ਆ, ਪਰ ਅਸੀਂ ਇਹਨੂੰ ਪ੍ਰੀਜ਼ਰਵ ਕਰਨ ਲਈ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਕੈਮੀਕਲ ਚਾੜਿਆ ਜਾਵੇ। ਹੁਣ ਕੈਮੀਕਲ ਚਾੜਨ ਦੇ ਨਾਲ ਤੇ ਇਹਦੀ ਜਿਹੜੀ ਮਨਿਆਦ ਆ 2-250 ਸਾਲ ਹੋਰ ਵੱਧ ਜਾਣੀ ਆ। ਹਾਂਜੀ, ਤੇ ਉਸ ਤੋਂ ਬਾਅਦ ਅਸੀਂ 4 ਸਟੈਪਾਂ ਦੇ ਵਿੱਚ ਕੰਮ ਕਰ ਰਹੇ ਹਾਂ। ਸਭ ਤੋਂ ਪਹਿਲਾਂ ਗ੍ਰੰਥ ਪ੍ਰਾਪਤ ਕਰਨ ਤੋਂ ਬਾਅਦ ਉਹਦੀ ਬਾਈਂਡਿੰਗ ਕਰ ਰਹੇ ਹਾਂ, ਫਿਰ ਉਹਨੂੰ PDF ਤਿਆਰ ਕਰ ਰਹੇ ਹਾਂ। PDF ਤਿਆਰ ਕਰਕੇ ਜਿਹਨੂੰ ਇੱਕ ਡਿਜੀਟਲ ਤੌਰ ਤੇ ਸਾਂਭਿਆ ਜਾਵੇ, ਫਿਰ ਅਸੀਂ ਉਹਨੂੰ ਕੈਮੀਕਲ ਚਾੜ ਕੇ ਤੇ ਪੱਕੇ ਤੌਰ ਲਈ ਇਸ ਨੂੰ ਸੇਵ ਕਰ ਲਿਆ ਜਾਂਦਾ ਆ, ਕਿਹੜਾ ਆਉਣ ਵਾਲੇ ਸਮੇਂ 'ਚ ਖਰਾਬ ਨਾ। ਦੇਖੋ ਜਿੱਦਾਂ ਹੁਣ ਇਸ ਗ੍ਰੰਥ ਨੂੰ ਕੀੜਾ ਬਹੁਤ ਲੱਗਿਆ ਹੋਇਆ ਹੈ ਨਾ, ਤੇ ਕੀੜਾ ਲੱਗਿਆ। ਹਾਂਜੀ, ਤੇ ਮਤਲਬ ਹੁਣ ਇਹਨੂੰ ਇਹ ਫਿਰ ਵੀ ਬਹੁਤ ਖਰੀ ਹਾਲਤ ਦੇ ਵਿੱਚ ਹੈ, ਲੇਕਿਨ 1-2 ਗ੍ਰੰਥ ਹੈਗੇ ਜਿਹੜੇ ਬਹੁਤ ਜ਼ਿਆਦਾ
ਬਿਰਧ ਹੋ ਚੁੱਕੇ ਆ, ਪਰ ਉਹਨਾਂ ਨੂੰ ਅਸੀਂ ਸਾਂਭ ਰਹੇ ਹਾਂ। ਇਹ ਕੋਈ ਕਿਸਮ ਹੁੰਦੀ ਹੈ ਜਿਹਨੂੰ ਕੀੜਾ ਲੱਗ ਜਾਂਦਾ ਹੈ? ਨਹੀਂ, ਤਕਰੀਬਨ ਸਾਰੇ ਕਾਗਜ਼ ਨੂੰ ਲੱਗੇ ਜਾਂਦਾ ਕਿ ਜਦੋਂ ਇੱਕ ਸਮਾਂ ਪਾ ਕੇ ਜਦੋਂ 250-300 ਸਾਲ ਪੁਰਾਣਾ ਹੋ ਜਾਂਦਾ ਆ। ਜਿਵੇਂ ਹੁਣ ਸਿਆਹੀ ਆ, ਤੁਹਾਨੂੰ ਪਹਿਲਾਂ ਦੱਸਿਆ, ਜਿਸ ਸਿਆਹੀ ਦੇ ਵਿੱਚ ਸੋਨਾ ਪੈ ਜਾਂਦਾ ਆ ਉਹ ਸਿਆਹੀ ਤਕਰੀਬਨ ਅਸੀਂ ਅਮਰੇ ਕਹਿ ਸਕਦੇ, ਉਹ ਕਦੀ ਖਰਾਬ ਨਹੀਂ ਹੁੰਦੀ। ਜਿਸ ਸਿਆਹੀ 'ਚ ਸੋਨਾ ਪੈ ਗਿਆ, ਕਿਉਂਕਿ ਉਹਦੇ ਉੱਪਰ ਕੋਈ ਵੈਦਰ ਕੋਈ ਅਸਰ ਨਹੀਂ ਕਰਦਾ ਹੈਗਾ। ਜਿਹੜੀ ਦੂਸਰੀਆਂ ਸਿਆਹੀਆਂ ਆ ਬਿਨਾਂ ਸੋਨੇ ਤੋਂ ਆ, ਉਹ 200-400 ਸਾਲ ਬਾਅਦ ਫਿੱਕੀ ਪੈ ਸਕਦੀ ਹੈ ਜੀ। ਹਾਂਜੀ, ਬਿਲਕੁਲ ਜੀ। ਮੈਂ ਚਾਹਾਂਗਾ ਹੋਰ ਵੀ ਸਾਨੂੰ ਜਾਣਕਾਰੀਆਂ ਦਿੱਤੀਆਂ ਜਾਣ, ਤੇ ਇਸ ਤੋਂ ਬਾਅਦ ਅਸੀਂ ਵੀਰ ਪਰਮਿੰਦਰ ਸਿੰਘ ਜੀ ਕੋਲੋਂ ਵੀ ਲਾਹਾ ਲਵਾਂਗੇ, ਜਿਹੜੀ ਬੜੀ ਪਿਆਰੀ ਸ਼ਖਸੀਅਤ ਨੇ। ਤੇ ਇਹ ਜਿਹੜੇ ਗ੍ਰੰਥ ਨੇ ਇਹ ਕਿਹੜੇ-ਕਿਹੜੇ ਆ ਜੀ? ਦੇਖੋ ਜੀ, ਜਿਹੜਾ ਇਹ ਗ੍ਰੰਥ ਵਾ ਜੀ, ਇਹ ਡੋਗਰਾ ਗੁਲਾਬ ਸਿੰਘ ਨੇ ਕੇਸਰ ਸਿੰਘ ਤੋਂ ਲਿਖਾਈ ਹੋਈ ਗੀਤਾ ਹੈ ਜੀ। ਤੇ ਤਕਰੀਬਨ ਜਦੋਂ ਅਸੀਂ ਪੋਥੀਆਂ ਪ੍ਰਾਪਤ ਕਰਦੇ ਹਾਂ ਜਾਂ ਹੋਰ ਪੋਥੀਆਂ ਹੁੰਦੀਆਂ, ਉਹਦੇ ਵਿੱਚ 1 ਜਾਂ 2 ਜਾਂ ਵੱਧ ਤੋਂ 4 ਕੁ ਫੋਟੋਆਂ ਹੁੰਦੀਆਂ, ਪਰ ਇਹਦੇ ਵਿੱਚ ਤਕਰੀਬਨ 22 ਫੋਟੋਆਂ ਆ, ਔਰ ਉਹਦੇ ਵਿੱਚ ਸੋਨੇ ਨਾਲ ਮੀਨਾਕਾਰੀ ਕੀਤੀ ਹੋਈ ਆ। ਤੇ ਇਹ ਗ੍ਰੰਥ ਕਿੱਥੋਂ ਉਪਲਬਧ ਹੋਇਆ? ਇਹ ਗ੍ਰੰਥ ਤਕਰੀਬਨ ਭਾਈ ਪਰਮਿੰਦਰ ਸਿੰਘ ਨੇ ਪ੍ਰਾਪਤ ਕੀਤਾ ਸੀ ਅੱਜ ਤੋਂ ਕਾਫੀ ਸਮਾਂ ਪਹਿਲਾਂ। ਤੇ ਇਹਦੇ ਵਿੱਚ ਜਿਹੜੀ ਮੀਨਾਕਾਰੀ ਕੀਤੀ ਹੋਈ ਸਾਰੀ ਸੋਨੇ ਨਾਲ ਕੀਤੀ ਹੋਈ ਆ, ਤੇ ਇਹਦੀ ਜਿਹੜੀ ਸੰਮਤ ਆ ਤਕਰੀਬਨ ਉਹੀ 18ਵੀਂ ਸਦੀ ਦੀ ਹੈ ਜੀ। ਹਾਂਜੀ ਦਰਸ਼ਕੋ, ਜਿਵੇਂ ਮੈਂ ਤੁਹਾਨੂੰ ਦੱਸਿਆ, ਮੈਂ ਬਾਰ-ਬਾਰ ਦੱਸਦਾ ਜਾਵਾਂ, ਗੁਰਦੁਆਰਾ ਸ਼ਹੀਦਾਂ ਮਾਹਲਪੁਰ ਦੀ ਧਰਤੀ ਦੇ ਉੱਪਰ ਪ੍ਰਦਰਸ਼ਨੀ ਹੈ, ਤੇ ਸਾਡੇ ਵੀਰ ਰਜਿੰਦਰ ਸਿੰਘ ਨੇ, ਸਾਡੇ ਵੀਰ ਪਰਮਿੰਦਰ ਸਿੰਘ ਨੇ ਬੜਾ ਵੱਡਾ ਉਦਮ ਤੇ ਉਪਰਾਲਾ ਕੀਤਾ। ਆਓ ਆਪਾਂ ਪ੍ਰਾਚੀਨ ਤੇ ਦੁਰਲੱਭ ਗ੍ਰੰਥਾਂ ਬਾਰੇ ਕੋਈ ਜਾਣਕਾਰੀਆਂ ਲਈਏ। ਇਸ ਤੋਂ ਅਗਲੇਰੀ ਵੀ ਆਪਾਂ ਕਾਰਵਾਈ ਪਾਉਣ ਦਾ ਯਤਨ ਕਰਾਂਗੇ ਵੀ ਕਿਹੜੇ-ਕਿਹੜੇ ਗ੍ਰੰਥ ਕਦੋਂ ਲਿਖਵਾਏ ਗਏ ਸਨ, ਇਹਨਾਂ ਵਿੱਚ ਕੀ ਜਾਣਕਾਰੀਆਂ ਨੇ। ਵੀਰ ਜੀ, ਜੇ ਹੋਰ ਗੱਲਬਾਤ ਕਰੀਏ ਤੇ ਆਹ ਜਿਹੜੇ ਪੋਥੀਆਂ ਨੇ ਇਹ ਕਿਹੜੀਆਂ-ਕਿਹੜੀਆਂ? ਇਹ ਹੈਗਾ ਜੀ ਹੱਥ ਲਿਖਤਾ ਜੀ, ਤੇ ਉਹ ਪੱਥਰ ਛਾਪਾ। ਤੇ ਹੱਥ ਲਿਖਤ ਤੇ ਪੱਥਰ ਛਾਪੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ। ਪਹਿਲਾਂ ਹੱਥ ਲਿਖਤ ਹੁੰਦੇ ਸੀਗੇ, ਹੱਥ ਲਿਖਤ ਤੋਂ ਬਾਅਦ ਥੋੜਾ ਜਦੋਂ ਸਮਾਂ ਚੇਂਜ ਹੋਇਆ ਤੇ ਪੱਥਰ ਛਾਪਾ ਵੀ ਆਉਣਾ ਸ਼ੁਰੂ ਹੋਇਆ। ਪੱਥਰ ਛਾਪੇ ਤੋਂ ਬਾਅਦ ਆ ਕੇ ਫਿਰ ਮਸ਼ੀਨੀ ਸ਼ੁਰੂ ਹੋਈ ਸੀ, ਜਿਹਨੂੰ ਅਸੀਂ ਕੰਪਿਊਟਰਾਈਜ਼ਡ ਕਹਿ ਸਕਦੇ ਹਾਂ ਜੀ। ਹਾਂਜੀ, ਤੇ ਇਹ ਸਨਾਤਨ ਧਰਮ ਨਾਲ ਸੰਬੰਧਿਤ ਆ ਪੋਥੀ ਜੀ ਇਹ। ਤੇ ਇਹ ਜਿਹੜੇ ਹੋਰ ਗੁਰਮਤ ਨਾਲ ਮੇਰੇ ਖਿਆਲ ਇੱਕ ਓਂਕਾਰ ਸ਼ਬਦ ਆ ਰਿਹਾ ਹੈ, ਇਹ ਸਾਰੀਆਂ ਚੀਜ਼ਾਂ ਕਿਹੜੀਆਂ ਨੇ? ਮੈਂ ਚਾਹਾਂਗਾ ਦਿਖਾਉਂਦੇ ਵੀ ਰਿਹਾ ਜੇ। ਇਹ ਤਕਰੀਬਨ ਜਿਹੜਾ ਗ੍ਰੰਥ ਸੀਗਾ ਸਾਰੇ ਇੱਕੋ ਹੀ ਸੀਗਾ। ਅੱਛਾ, ਸਾਰਾ? ਹਾਂਜੀ, ਜਦੋਂ ਪ੍ਰਾਪਤ ਹੋਇਆ ਸੀਗਾ ਇਹਦੀ ਹਾਲਤ ਬਹੁਤ ਵਿਰਧ ਸੀ, ਖਰਾਬ ਹੋਇਆ ਸੀ, ਤਾਂ ਸਾਨੂੰ ਇਹਨੂੰ ਐਦਾਂ ਹੀ ਜੀਲਦ ਕਰਵਾਉਣਾ ਪਿਆ ਤਕਰੀਬਨ 12 ਪੀਸਾਂ ਦੇ ਵਿੱਚ। ਹਾਂਜੀ, ਤੇ ਬਹੁਤ ਵਿਰਧ ਹਾਲਤ ਵੀ ਸਾਨੂੰ ਪ੍ਰਾਪਤ ਹੋਇਆ ਸੀਗਾ ਜੀ। ਆਜੋ ਅੱਗੇ ਆਜੋ ਤੇ ਆਪਾਂ ਹੋਰ ਜਾਣਕਾਰੀਆਂ ਲੈਣੇ। ਸੋ ਦਰਸ਼ਕੋ, ਜਦੋਂ ਅਸੀਂ ਗੱਲਬਾਤ ਕਰਦੇ ਹਾਂ ਪ੍ਰਾਚੀਨ ਚੀਜ਼ਾਂ ਦੀ, ਤੇ ਮੈਂ ਤੁਹਾਨੂੰ ਦੱਸਾਂਗਾ ਵੀ ਕਿਸੇ ਵੇਲੇ ਜਿਵੇਂ ਵੀਰਾਂ ਨੇ ਦੱਸਿਆ ਵੀ ਹੱਥ ਲਿਖਤ ਹੁੰਦੇ ਸੀ, ਮੁੜ ਕੇ ਪੱਥਰ ਛਾਪਾ ਆ ਗਿਆ, ਮੁੜ ਕੇ ਸਾਡੇ ਪ੍ਰੈਸ ਆ ਗਈ, ਜਿਹਨੂੰ ਪ੍ਰਿੰਟਿੰਗ ਪ੍ਰੈਸ ਆਪਾਂ ਕਹਿ ਦਿੰਦੇ ਆ। ਸਾਡੇ ਨਾਲ ਭਾਈ ਰਣਜੀਤ ਸਿੰਘ ਜੀ ਵੀ ਦਮਦਮੀ ਟਕਸਾਲ ਵੀ ਸਪੈਸ਼ਲ ਤੌਰ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਮਾਹਲਪੁਰ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਆਪਣੇ ਨੇ। ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਇਹ ਵੀ ਇਸ ਚੀਜ਼ ਨਾਲ ਕਾਫੀ ਜੁੜੇ ਹੋਏ ਨੇ। ਵੀਰ ਜੀ, ਜਦੋਂ ਅਸੀਂ ਗੱਲਬਾਤ ਕਰਦੇ ਆ ਪ੍ਰਾਚੀਨ ਚੀਜ਼ਾਂ ਦੀ, ਪ੍ਰਾਚੀਨ ਗ੍ਰੰਥਾਂ ਦੀ, ਇਹਨਾਂ ਦੀ ਸਾਂਭ ਸੰਭਾਲ, ਜਿਵੇਂ ਤੁਸੀਂ ਦੱਸਿਆ ਵੀ ਕੀੜਾ ਵੀ ਲੱਗ ਜਾਂਦਾ ਆ, ਮੈਨੂੰ ਪਿੱਛੇ ਜੇ ਪਤਾ ਲੱਗਾ ਸੀ ਵੀ ਕੁਝ ਸੰਸਥਾਵਾਂ ਵੀ ਤੁਹਾਡੇ ਘਰਾਂ ਦੇ ਵਿੱਚ ਆ ਕੇ, ਜੇ ਕੋਈ ਮੰਨ ਲਓ ਤੁਹਾਡੇ ਕੋਲ ਬਿਰਧ ਸਰੂਪ ਆ, ਉਹਦੀ ਸੇਵਾ ਸੰਭਾਲ ਕਰਕੇ ਜਾਂਦੀਆਂ ਨੇ, ਕੋਈ ਹੈ ਕਿ ਐਵੇਂ ਗੱਲਬਾਤ ਹੁੰਦੀ ਹੈ? ਨਹੀਂ, ਇਦਾਂ ਤਾਂ ਕੁਝ ਨਹੀਂ ਹੈਗਾ। ਸਾਡੇ ਕੋਲ 1-2 ਆਪਣੇ ਵੀਰ ਹੈਗੇ ਆ, ਜਿੱਦਾਂ ਆਪਣੇ ਭਾਈ ਵਰਿੰਦਰ ਸਿੰਘ ਘੋੜੇਵਾਹੇ ਪਿੰਡ ਤੋਂ ਆ। ਉਹਨਾਂ ਦਾ 10 ਸਾਲ ਦਾ ਤਜਰਬਾ ਇਸ ਚੀਜ਼ ਦੇ ਉੱਪਰ ਪ੍ਰੀਜ਼ਰਵ ਕਰਨ ਦਾ, ਪੋਥੀਆਂ ਨੂੰ, ਜਿਹੜੀ ਪੁਰਾਣੀ ਪੋਥੀਆਂ ਨਵੀਆਂ ਬਣਾਉਣ ਦਾ, ਤੇ ਅਸੀਂ ਉਹਨਾਂ ਦੀ ਹੈਲਪ ਲੈ ਰਹੇ ਹਾਂ, ਤੇ ਉਹ ਸਾਨੂੰ ਸਾਰੇ ਵਧੀਆ ਤਰੀਕੇ ਨਾਲ ਪੋਥੀਆਂ ਨੂੰ ਸੇਵਾ ਸੰਭਾਲ ਆਪਾਂ ਕਰ ਰਹੇ ਹਾਂ ਜੀ। ਤੇ ਇਹ ਜਿਹੜੇ ਕਿਹੜੇ ਗ੍ਰੰਥ ਨੇ ਤੇ ਕਿਹੜੀ ਭਾਸ਼ਾ ਦੇ ਵਿੱਚ ਨੇ? ਇਹ ਸਾਰੇ ਗ੍ਰੰਥ ਜਿੰਨੇ ਵੀ ਆ ਸੰਸਕ੍ਰਿਤ ਦੇ ਵਿੱਚ ਵਾ, ਤੇ ਇਹ ਸਾਰੇ ਸਨਾਤਨ ਧਰਮ ਸੰਬੰਧੀ ਸੰਸਕ੍ਰਿਤ ਦੇ ਗ੍ਰੰਥ ਵਾ ਜੀ ਇਹ। ਆਜੋ ਆਪਾਂ ਹੋਰ ਵੀ ਲਾਹਾ ਲਈਏ। ਆਹ ਕੀ ਚੀਜ਼ਾਂ ਹੋਈਆਂ ਨੇ? ਆਹ ਦੇਖ, ਇਹ ਆਹ ਜਿਹੜੀ ਚੀਜ਼ ਆ, ਇਹ ਕੀੜਾ ਲੱਗਾ ਹੋਇਆ ਜੀ। ਜਦੋਂ ਗ੍ਰੰਥ ਜ਼ਿਆਦਾ ਵਿਰਧ ਹੋ ਜਾਂਦਾ ਜਾਂ 50-100 ਸਾਲ ਤੱਕ ਗ੍ਰੰਥ ਦਾ ਪ੍ਰਕਾਸ਼ ਨਹੀਂ ਹੁੰਦਾ, ਤੇ ਇਹਨੂੰ ਫਿਰ ਕੀੜਾ ਲੱਗ ਜਾਂਦਾ, ਤੇ ਉਹ ਕੀੜਾ ਲੱਗ ਕੇ ਸਾਰੇ ਅੰਗ ਖਰਾਬ ਹੋ ਚੁੱਕੇ ਆ। ਅੱਛਾ, ਆ ਕੀੜਾ ਲੱਗਣ ਕਰਕੇ ਹੀ ਸਾਰੇ ਅੰਗ ਖਰਾਬ ਹੋਏ ਨੇ। ਹਾਂਜੀ, ਤੇ ਹੁਣ ਇਹਨੂੰ ਐਦੇ ਸਾਂਭ ਕੇ ਰੱਖਿਆ ਹੋਇਆ, ਤੇ ਇਹਨੂੰ ਗਾਹਾਂ ਨਾ ਖਰਾਬ ਹੋਵੇ। ਗਾਹਾਂ ਨਹੀਂ ਕੀੜਾ ਲੱਗੂਗਾ, ਕਿਉਂਕਿ ਇਹਦੀ ਸੇਵਾ ਸੰਭਾਲ ਚੱਲ ਰਹੀ ਆ, ਪਰ ਜਿੰਨਾ ਖਰਾਬ ਹੋ ਚੁੱਕਿਆ ਤਾਂ ਗਾਹਾਂ ਨਹੀਂ ਸਹੀ ਹੋ ਸਕਦਾ। ਪਰ ਜਿਵੇਂ ਸਨਾਤਨ ਮਤ ਨਾਲ ਜੁੜੇ ਹੋਏ ਗ੍ਰੰਥ ਨੇ, ਪਰ ਹੈ ਪੰਜਾਬੀ ਦੇ ਵਿੱਚ ਨੇ ਬਹੁਤ ਜ਼ਿਆਦੇ, ਇਥੋਂ ਕੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ? ਦੇਖੋ ਜੀ, ਸਨਾਤਨ ਧਰਮ ਦੇ ਗ੍ਰੰਥ ਬਹੁਤ ਸਾਰੇ ਇਹੋ ਜਿਹੜੇ ਪੰਜਾਬੀ ਵਿੱਚ ਮਿਲ ਜਾਂਦੇ ਆ, ਉਹ ਜਿੱਦਾਂ ਪੰਜਾਬ ਦੀ ਧਰਤੀ ਦੇ ਉੱਪਰ ਬਹਿ ਕੇ ਹੀ ਕਿਸ ਨੇ ਲਿਖੇ ਆ ਜੀ। ਬਿਲਕੁਲ ਜੀ, ਆਓ ਆਪਾਂ ਅਗਲੇਰੀਆਂ ਹੋਰ ਜਾਣਕਾਰੀਆਂ ਲੈਣੇ ਆ। ਜੇ ਵੀਰ ਜੀ ਅਸੀਂ ਗੱਲਬਾਤ ਕਰੀਏ, ਬੱਲੇ 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 ਬੜੇ ਛੋਟੇ ਆਕਾਰ ਦੇ ਵਿੱਚ ਪ੍ਰਾਚੀਨ ਗ੍ਰੰਥ, ਵੀਰ ਜੀ ਆਹ ਕੀ ਚੀਜ਼ ਹੈ? ਇਹਨੂੰ ਜੀ ਤਾੜ ਪੱਤਰ ਕਿਹਾ ਜਾਂਦਾ ਆ। ਜਦੋਂ ਦੁਨੀਆ ਦੇ ਉੱਪਰ ਕਾਗਜ਼ ਨਹੀਂ ਸੀ ਬਣਿਆ, ਉਸ ਟਾਈਮ ਲੋਕੀ ਪਾਮ ਟਰੀ ਦੇ ਉੱਪਰ ਪੱਤਿਆਂ ਦੇ ਜਾਂ ਪਾਮ ਟਰੀ ਦੇ ਛਿੱਲ ਦੇ ਉੱਪਰ ਲਿਖਦੇ ਹੁੰਦੇ ਸੀ। ਇਹ ਪਾਮ ਟਰੀ ਦੇ ਛਿੱਲ ਦੇ ਉੱਪਰ ਲਿਖੀ ਹੋਈ ਰਮਾਇਣ ਆ ਸੰਪੂਰਨ, ਤੇ ਇਹ ਅੱਜ ਤੋਂ 900 ਸਾਲ ਪੁਰਾਣੀ ਆ। ਤੁਹਾਨੂੰ ਕਿਸੇ ਨੇ ਇਹ ਨਹੀਂ ਮੁੱਦਾ ਉਠਾਇਆ ਵੀ ਭਾਈ ਸਾਹਿਬ
ਤੁਸੀਂ ਗੁਰਸਿੱਖ ਹੋ, ਪਰ ਜਿਹੜੇ ਗ੍ਰੰਥ ਨੇ ਤੁਸੀਂ ਸਨਾਤਨ ਮਤ ਨਾਲ ਤੇ ਹੋਰ ਧਰਮਾਂ ਨਾਲ ਜੁੜੇ ਹੋਏ ਸਾਂਭੀ ਤੁਰੇ ਜਾਂਦੇ ਹੋ। ਦੇਖੋ ਗੱਲ ਹੀ ਚੱਕਣੀ ਹੈ, ਕੋਈ ਵੀ ਚੱਕ ਸਕਦਾ ਹੈ। ਮੈਂ ਕਿਹਾ ਵੀ ਇਸ ਤੋਂ ਪਹਿਲਾਂ ਕਿ ਮੈਂ ਹੀ ਇਹ ਗੱਲ ਪੁੱਛ ਲਵਾਂ, ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੇ ਸ਼ੌਂਕ ਦੇ ਪ੍ਰਤੀ ਮੈਂ ਕੋਈ ਉਂਗਲ ਚੁੱਕਦਾ ਪਿਆ ਵਾਂ, ਪਰ ਇਹ ਸਵਾਲ ਅੱਗੇ ਵੀ ਕਦੀ ਕਿਸੇ ਵੱਲੋਂ ਆਇਆ? ਹਾਂਜੀ, ਇਹੋ ਜਿਹੇ ਸਵਾਲ ਬਹੁਤ ਹੁੰਦੇ। ਅੱਜ ਵੀ ਸਵੇਰੇ ਆਏ ਸੀਗੇ, ਜਦੋਂ ਅਸੀਂ ਗ੍ਰੰਥ ਰੱਖੇ ਹੋਏ ਸੀ ਤਾਂ ਉਹ ਸਾਨੂੰ ਕਹਿਣ ਲੱਗੇ ਤੁਸੀਂ ਗੁਰੂ ਘਰ ਦੇ ਅੰਦਰ ਰਮਾਇਣ ਦਾ ਪ੍ਰਕਾਸ਼ ਕਿਉਂ ਕੀਤਾ? ਜਦ ਮੈਂ ਕਿਹਾ ਗੁਰੂ ਘਰ ਦੇ ਤੇਰੇ ਵਰਗੇ ਬੰਦੇ ਵੀ ਆ ਸਕਦੇ, ਰਮਾਇਣ ਕਿਉਂ ਨਹੀਂ ਆ ਸਕਦੀ, ਹੈ ਨਾ। ਤੇ ਇਸ ਕਰਕੇ ਆ ਕਿ ਗ੍ਰੰਥ ਕਿਸੇ ਵੀ ਧਰਮ ਦਾ ਹੋਵੇ, ਅਸੀਂ ਬਰਾਬਰ ਸਤਿਕਾਰ ਦੇ ਕੇ ਉਹਨੂੰ ਰੱਖਦੇ ਹਾਂ ਕਿ ਇਹ ਸਾਡਾ ਇੱਕ ਬਹੁਤ ਵੱਡਾ ਸਾਡਾ ਸਰਮਾਇਆ ਕਿ ਜੋ ਨਸ਼ਟ ਹੋ ਰਿਹਾ, ਆਪਾਂ ਉਹਨੂੰ ਸਾਂਭ ਲਿਆ ਜਾਵੇ ਕਿਸੇ ਨਾ ਕਿਸੇ ਤਰ੍ਹਾਂ, ਕਿ ਆਉਣ ਵਾਲੇ ਬੱਚਿਆਂ ਤੱਕ, ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਕਿ ਸਾਡੇ ਪਿੱਛੇ ਬਜ਼ੁਰਗਾਂ ਨੇ ਕਿਹੜੀਆਂ ਲਿਖਤਾਂ ਲਿਖੀਆਂ ਸੀਗੀਆਂ। ਇਹ ਜਿਹੜੀ ਹੁਣ ਚੀਜ਼ ਆਪਾਂ ਜਿਵੇਂ ਅੱਗੇ ਆਏ ਆ ਬੜੇ, ਮੈਂ ਚਾਹਾਂਗਾ ਵੀ ਇਹ ਕੈਮਰਾ ਇੱਥੇ ਕੀਤਾ ਜਾਵੇ, ਬੜੇ ਛੋਟੇ ਆਕਾਰ ਦੇ ਵਿੱਚ ਹੈ। ਇਹ ਕਿਹੜਾ ਗ੍ਰੰਥ ਹੈ ਜੀ? ਇਹ ਜੀ ਦੇਖੋ, ਫਸਟ ਵਰਲਡ ਵਾਰ ਦੀ ਜਰਮਨ ਵੱਲੋਂ ਛਪੀ ਹੋਈ ਕੁਰਾਨ ਸ਼ਰੀਫ ਆ। ਦੁਨੀਆ ਦੇ ਵਿੱਚ ਸਭ ਤੋਂ ਛੋਟੇ ਆਕਾਰ ਦੀ ਇਹ ਕੁਰਾਨ ਸ਼ਰੀਫ ਆ, ਜੋ ਲੈਂਸ ਤੋਂ ਬਿਨਾਂ ਨਹੀਂ ਪੜ੍ਹੀ ਜਾ ਸਕਦੀ, ਤੇ ਚਾਂਦੀ ਦੀ ਡੱਬੀ ਵਿੱਚ ਇਹਨੂੰ ਬੰਦ ਕਰਕੇ ਰੱਖਿਆ ਜਾਂਦਾ ਆ। ਜਦੋਂ ਫਸਟ ਵਰਲਡ ਵਾਰ ਦੇ ਵਿੱਚ ਸਿੱਖ ਫੌਜੀਆਂ ਨੇ ਮੁੱਦਾ ਉਠਾਇਆ ਸੀਗਾ ਕਿ ਅਸੀਂ ਜਦੋਂ ਜੰਗ ਤੇ ਜਾਣਾ ਹੁੰਦਾ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਸਾਡਾ ਇਸ਼ਟਵਾਸੀ ਨੂੰ ਨਾਲ ਰੱਖਣਾ ਚਾਹੁੰਦੇ ਆ, ਪਰ ਮਹਾਰਾਜ ਸਰੂਪ ਦਾ ਆਕਾਰ ਵੱਡਾ ਹੋਣ ਦੇ ਕਰਕੇ ਉਹਨੂੰ ਜੰਗ ਦੀ ਮਹਿਮ ਤੇ ਨਾਲ ਲਿਜਾਣਾ ਔਖਾ ਬਹੁਤ ਹੁੰਦਾ ਸੀਗਾ। ਫਿਰ ਜਰਮਨ ਟੈਕਨੀਕ ਨੇ ਨਾਲ ਤਿਆਰ ਕਰਕੇ ਉਹਨੇ 1 ਇੰਚ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, 1 ਇੰਚ ਦੀ ਗੀਤਾ ਤੇ 1 ਇੰਚ ਦੀ ਕੁਰਾਨ ਸ਼ਰੀਫ ਤਿਆਰ ਕੀਤੀ ਸੀ। ਉਹਦੇ ਵਿੱਚੋਂ ਇਹ ਪੀਸ ਹੈ ਇੱਕ, ਜਿਹੜਾ ਦੁਨੀਆ ਦਾ ਸਭ ਤੋਂ ਛੋਟਾ ਪੀਸ ਆ ਜੀ ਇਹ। ਅੱਛਾ, ਇਹ ਉਦੋਂ ਦੇ ਹੈ ਹਾਂਜੀ, ਵਰਲਡ ਵਾਰ ਵੇਲੇ ਦੀ, ਹਾਂਜੀ, ਵੀ ਸਭ ਤੋਂ ਛੋਟੇ ਆਕਾਰ ਦੇ ਕੁਰਾਨ ਸ਼ਰੀਫ। ਜਿਵੇਂ ਉਹਨਾਂ ਨੇ ਤੁਸੀਂ ਦੱਸਿਆ ਵੀ ਕੁਰਾਨ ਸ਼ਰੀਫ ਹੋ ਗਈ, ਬਾਈਬਲ ਹੋ ਗਈ, ਗੀਤਾ ਹੋ ਗਈ, ਗੁਰੂ ਗ੍ਰੰਥ ਸਾਹਿਬ ਜੀ ਸਾਰੇ 1-1 ਇੰਚ ਦੇ ਆਕਾਰ ਦੇ ਤਿਆਰ ਕਰ ਦਿੱਤੇ ਸੀ। ਉਹ ਚੀਜ਼ਾਂ ਅਵੇਲੇਬਲ ਹੈਗੀਆਂ ਨੇ ਹੁਣ? ਤਕਰੀਬਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ 1 ਇੰਚ ਦੇ ਸਰੂਪ ਆ, ਉਹ 13 ਕੁ ਸਰੂਪ ਸੀਗੇ, ਜਿਨ੍ਹਾਂ ਵਿੱਚੋਂ ਇੱਕ ਸਰੂਪ ਹੈਗਾ ਆ ਭਾਈ ਡੱਲੇ ਦੇ ਘਰ ਬਠਿੰਡੇ ਪਿਆ ਆ, ਸਾਬੋ ਕੀ ਤਲਵੰਡੀ। ਉਹਨਾਂ ਵਿੱਚੋਂ ਇੱਕ ਸਰੂਪ ਭਾਈ ਫੂਲਕਾ ਜਿਹੜੇ ਐਡਵੋਕੇਟ ਵਾ ਦਿੱਲੀ 'ਚ, ਉਹਨਾਂ ਦੇ ਕੋਲ ਵਾ, ਤੇ ਬਾਕੀ ਤਕਰੀਬਨ 11 ਸਰੂਪਾਂ ਦਾ ਨਹੀਂ ਪਤਾ ਲੱਗਦਾ ਉਹ ਕਿੱਥੇ ਆ। ਇੱਕ ਬਰਨਾਲੇ ਵੀ ਹੈ, ਬਰਨਾਲੇ ਦੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹੈ। ਇੱਕ ਉਹਨਾਂ ਦੇ ਵਿੱਚੋਂ ਸਰੂਪ ਭਾਈ ਨੰਦ ਲਾਲ ਜੀ ਦੇ ਘਰ ਗਜਨੀ ਦੇ ਬਾਜ਼ਾਰ ਆਪਣੇ ਕਾਬਲ ਦੇ ਵਿੱਚ ਹੀ ਪਿਆ ਹੋਇਆ ਆ। ਹਾਂਜੀ, ਬਿਲਕੁਲ ਜੀ। ਇਸ ਤਰੀਕੇ ਨਾਲ ਜਦੋਂ ਆਪਾਂ ਖੋਜ ਕਰਦੇ ਆ ਨਾ, ਕਾਫੀ ਚੀਜ਼ਾਂ ਆਪਾਂ ਨੂੰ ਪਤਾ ਲੱਗਦਾ ਆ। ਜੇ ਇਹ ਗੱਲਬਾਤ ਕਰੀਏ ਤੇ ਇਹ ਇੰਜ ਕਹਿ ਲਈਏ ਵੀ ਪਵਿੱਤਰ ਕੁਰਾਨ ਹੈ, ਜੋ ਕਰੀਬ ਬਹੁਤ 100 ਸਾਲ ਪਹਿਲਾਂ ਦੀਆਂ ਗੱਲਾਂ ਕਹਿ ਲਈਏ। ਉਸ ਤੋਂ ਬਾਅਦ ਇਹ ਜਿਹੜੇ ਗ੍ਰੰਥ ਨੇ, ਇਹਨਾਂ ਬਾਰੇ ਵੀ ਜਾਣਕਾਰੀਆਂ ਦੇ ਦਿਓ। ਇਹ ਜਿਹੜੇ ਨਾਲ ਗ੍ਰੰਥ ਹੋਏ, ਇਹ ਤਾਂ ਨਵਨੀਤਨ ਪ੍ਰਣਾਲੀ ਦੇ ਨਾਲ ਛਾਪੇ ਹੋਏ ਗ੍ਰੰਥ ਆ, ਪਰ ਇਹ ਵੀ ਰੇਅਰ ਵਾ। ਜਿਵੇਂ ਪਰੇ ਜਿਹੜਾ ਗ੍ਰੰਥ ਵਾ ਉਹ ਪੋਥੀ, ਉਹ ਨਿਤਨੇਮ ਤੇ ਸੁਖਮਨੀ ਸਾਹਿਬ ਦਾ ਸੰਪੂਰਨ ਵਾ, ਗੁਟਕਾ ਸਾਹਿਬ, ਤੇ ਆ ਉਰੇ ਜਿਹੜੇ ਪਏ ਆ ਇਹ ਹੈਗੇ ਹੋਲੀ ਬਾਈਬਲ ਵਾ। ਇਹ ਵੀ ਤਕਰੀਬਨ ਇੱਕ ਤੀਲਾਂ ਡੱਬੀ ਜਿੰਨਾ 1 ਇੰਚ ਦਾ ਇਹਦਾ ਸਾਈਜ਼ ਵਾ, ਤੇ ਇਹ ਵੀ ਰੇਅਰ ਹੈ, ਵੀ ਆਮ ਨਹੀਂ ਮਿਲਦੇ। ਇੱਕ ਵਾਰੀ ਛਪੇ ਸੀ ਤਾਂ ਆਪਣੇ ਕੋਲ ਪ੍ਰਾਪਤ ਅਸੀਂ ਕਰ ਲਏ ਸੀਗੇ ਜੀ। ਜੀ, ਤੇ ਇਹ ਜਿਵੇਂ ਤਾੜ ਪੱਤਰ ਦੀ ਤੁਸੀਂ ਗੱਲਬਾਤ ਕੀਤੀ ਹੈ, ਇਹਦੇ ਉੱਪਰ ਰਾਮਾਇਣ ਹੈ ਜੀ? ਹਾਂਜੀ, ਇਹ 9ਵੀਂ ਸਦੀ ਦੇ ਵਿੱਚ ਅੱਜ ਤੋਂ 900 ਸਾਲ ਪਹਿਲਾਂ ਛਪੀ ਹੋਈ ਤਾੜ ਪੱਤਰ ਦੇ ਉੱਪਰ ਛਪੀ ਹੋਈ ਰਾਮਾਇਣ ਆ ਜੀ ਇਹ। ਤੇ ਜਦੋਂ ਦੁਨੀਆ ਦੇ ਉੱਪਰ ਕਾਗਜ਼ ਦੀ ਹੋਂਦ ਨਹੀਂ ਸੀ ਹੋਈ। ਕਿਹੜੀ ਭਾਸ਼ਾ ਦੇ ਵਿੱਚ ਹੈ? ਇਹ ਸਾਊਥ ਦੀ ਭਾਸ਼ਾ ਜੀ ਇਹ। ਜੀ, ਹਾਂਜੀ, ਬਿਲਕੁਲ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਬੜੀਆਂ ਸੋਹਣੀਆਂ ਤੁਸੀਂ ਸਾਨੂੰ ਜਾਣਕਾਰੀਆਂ ਦੇ ਰਹੇ ਹੋ। ਤੇ ਆਓ ਆਪਾਂ ਥੋੜਾ ਜਿਹਾ ਅੱਗੇ ਆ ਜਾਈਏ। ਵੀਰ ਜੀ, ਇਹ ਜਿਹੜੀਆਂ ਪੋਥੀਆਂ ਨੇ, ਇਹ ਕਾਫੀ ਵੱਡੇ ਪੱਧਰ ਦੇ ਉੱਪਰ, ਮੈਂ ਤੇ ਹੈਰਾਨ ਆ ਵੀ ਤੁਸੀਂ ਇੰਨਾ ਖਜ਼ਾਨਾ ਸਾਂਭ ਕੇ ਬੈਠੇ ਹੋਏ ਹੋ, ਕਾਫੀ ਵੱਡੇ ਪੱਧਰ ਦੇ ਉੱਪਰ ਨੇ। ਇਹ ਕਿਹੜੇ ਕਿਹੜੇ ਗ੍ਰੰਥ ਨੇ? ਇਹ ਜੀ ਗੀਤਾ ਆ, ਤੇ ਗੀਤਾ ਦੇ ਨਾਲੇ ਪਿਛਲੇ ਪਾਸੇ ਉਹਦੇ ਸ਼ਲੋਕ ਵਾ। ਇਹ ਤਕਰੀਬਨ 1810 ਸਨ ਦੀ ਲਿਖੀ ਹੋਈ ਆ ਜੀ। ਹਾਂਜੀ, ਪਰ ਹੈ ਪੰਜਾਬੀ ਦੇ ਵਿੱਚ ਨੇ? ਹਾਂਜੀ, ਪੰਜਾਬੀ ਵਿੱਚ ਬਹੁਤ ਰੇਅਰ ਆ, ਮਿਲਦੀ ਨਹੀਂ ਕਿਤੇ, ਬਹੁਤ ਮੁਸ਼ਕਲ ਸਾਨੂੰ ਪ੍ਰਾਪਤ ਹੋਈ ਸੀ ਇਹ ਜੀ। ਤੇ ਇਹਦੇ ਤਕਰੀਬਨ ਜਿਲਦ ਨਹੀਂ ਵੱਜੀ ਕਿ ਬਿਲ, ਜਿਲਦ ਤੋਂ ਬਿਨਾਂ ਇਹਦੀ ਜਿਲਦ ਅਸੀਂ ਬੰਨਾਂਗੇ ਹੁਣ ਜੀ। ਤੇ ਇਹ ਗ੍ਰੰਥ ਕਿਹੜਾ ਜੀ? ਕਾਫੀ ਮੇਰੇ ਖਿਆਲ ਕੀੜਾ ਵੀ ਲੱਗ ਚੁੱਕਾ ਹੈ ਜੇ ਗੱਲ ਕਰੀਏ। ਇਹ ਸਨਾਤਨ ਧਰਮ ਦਾ ਗ੍ਰੰਥ ਵਾ ਜੀ। ਤੇ ਇਹ ਤਕਰੀਬਨ ਜ਼ਿਆਦਾ ਕੀੜਾ ਲੱਗਣ ਕਰਕੇ ਗ੍ਰੰਥ ਵਿਰਧ ਬਹੁਤ ਜ਼ਿਆਦਾ ਹੋ ਚੁੱਕਿਆ ਆ। ਤੇ ਜਿਲਦ ਤਕਰੀਬਨ ਇਹਦੀ ਠੀਕ ਵਾ। ਦੇਖੋ, ਇੱਕ ਹੋਰ ਬਹੁਤ ਵੱਡੀ ਗੱਲ ਆ, ਜਿੰਨੇ ਵੀ ਪੁਰਾਣੇ ਗ੍ਰੰਥ ਹੁੰਦੇ ਸੀ, ਸਾਰੇ ਗ੍ਰੰਥਾਂ ਦੀ ਜਿਲਦ ਤਕਰੀਬਨ ਲਾਲ ਹੁੰਦੀ ਸੀ। ਸਾਡੇ ਬਜ਼ੁਰਗਾਂ ਦਾ ਮੰਨਣਾ ਸੀਗਾ ਕਿ ਲਾਲ ਗ੍ਰੰਥ ਦੇ ਵਿੱਚ ਜਿਹੜਾ ਕੀੜਾ ਆ ਬਹੁਤ ਘੱਟ ਮਾਤਰਾ ਵਿੱਚ ਲੱਗਦਾ ਆ। ਹੁਣ ਵੀ 90% ਜਿੰਨੇ ਗ੍ਰੰਥ ਹੁੰਦੇ ਉਹਨੂੰ ਜਿਲਦ ਤੁਹਾਨੂੰ ਲਾਲ ਵਿੱਚ ਮਿਲੂਗੀ। ਇਸੇ ਕਰਕੇ ਉਹਨਾਂ ਦੀ ਜਿੱਦਾਂ ਹੁਣ ਬਹੀ ਖਾਤਿਆਂ ਦੀ ਜਿਹੜੀ ਜਿਲਦ ਵੀ ਲਾਲ ਹੁੰਦੀ, ਇਸੇ ਕਰਕੇ ਹੁੰਦੀ ਆ ਕਿ ਸਾਡੇ ਬਜ਼ੁਰਗਾਂ ਦੀ ਧਾਰਨਾ ਸੀਗੀ ਉਹਨੂੰ ਕੀੜਾ ਘੱਟ ਲੱਗਦਾ। ਪਰ ਇੱਥੇ ਤੇ ਜਿਲਦ ਲਾਲ ਹੋਣ ਦੇ ਬਾਵਜੂਦ ਵੀ ਕੀੜਾ ਲੱਗ ਗਿਆ। ਪਰ ਫਿਰ ਹੁਣ ਸਮਾਂ ਬਹੁਤ ਹੋ ਗਿਆ ਨਾ, ਕਿਸੇ ਨੇ ਕਈ 100 ਸਾਲ ਦਾ ਪ੍ਰਕਾਸ਼ ਨਹੀਂ ਕੀਤਾ, ਤੇ ਕਾਗਜ਼ ਅਕਸਰ ਇੱਕ ਨਾ ਇੱਕ ਦਿਨ ਦਾ ਖਰਾਬ ਤਾਂ ਹੋਣਾ ਹੀ ਆ ਜੀ, ਜੇ ਆਪਾਂ ਨਾ ਸੰਭਿਆ ਜੀ। ਜੀ ਜੀ ਜੀ, ਹਾਂਜੀ, ਇਹਦਾ ਮਤਲਬ ਕੀੜੇ ਤੋਂ ਬਚਾਉਣਾ ਬੜਾ ਜ਼ਰੂਰੀ ਹੋ ਜਾਂਦਾ ਆ। ਤੇ ਇਹ ਕਿਹੜਾ ਗ੍ਰੰਥ ਹੈ ਜੀ? ਇਹ ਜੀ ਇਹਦੇ ਵਿੱਚ ਜਪਜੀ ਸਾਹਿਬ ਆ, ਤਕਰੀਬਨ ਚ 5 ਬਾਣੀਆਂ ਆ। ਤੇ ਇਹਦੇ ਵਿੱਚ ਜਿਹੜੀ ਆ ਗੁਰੂ ਹਰਿ ਸਾਹਿਬ ਦੀ ਫੋਟੋ ਤੇ ਸੋਨੇ ਨਾਲ ਮੀਨਾਕਾਰੀ ਕੀਤੀ ਹੋਈ ਆ ਜੀ। ਹਾਂਜੀ, ਤੇ
ਤੇ ਇਹ ਪਰ ਪੋਥੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ, ਪਰ ਫਿਰ ਵੀ ਆਪਾਂ ਇਹਨੂੰ ਸਾਂਭ ਰਹੇ ਹਾਂ ਜੀ। ਤੇ ਜਿਹੜਾ ਇਹ ਗ੍ਰੰਥ ਆ ਜੀ, ਇਹ ਭਾਈ ਸੰਤੋਖ ਸਿੰਘ ਚੂੜਾਮਣੀ ਦਾ ਗ੍ਰੰਥ ਜਿਹੜਾ ਨਾਨਕ ਪ੍ਰਕਾਸ਼ ਆ ਜੀ। ਇੱਕ ਤਾਂ ਸ਼੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਵਾ, ਉਹਦੇ ਵਿੱਚ ਦੂਜੀ ਪਾਤਸ਼ਾਹੀ ਤੋਂ ਇਤਿਹਾਸ ਸ਼ੁਰੂ ਹੁੰਦਾ, ਤੇ ਇਹਦੀ ਜਿਹੜੀ ਪਹਿਲੀ ਪਾਤਸ਼ਾਹੀ ਦਾ ਇਤਿਹਾਸ ਸੀਗਾ ਉਹਦੇ ਵਾਸਤੇ ਇੱਕ ਵੱਖਰਾ ਗ੍ਰੰਥ ਸੀਗਾ। ਇਹ ਨਾਨਕ ਪ੍ਰਕਾਸ਼ ਆ ਜੀ, ਜਿਹਦੀ ਸੰਮਤ ਤਕਰੀਬਨ 1881 ਆ ਜੀ। ਅੱਛਾ 1881 ਈਸਵੀ। 1881 ਦਾ ਜੀ। ਹਾਂਜੀ ਜੀ ਬਿਲਕੁਲ ਜੀ ਬਿਲਕੁਲ। ਸੋ ਦਰਸ਼ਕੋ, ਜੀ ਅਸੀਂ ਗੱਲ ਕਰੀਏ, ਮੈਂ ਕਈ ਵਾਰੀ ਇਹ ਗੱਲ ਕਹਿਣਾ ਹੁੰਦਾ ਕਿ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਸ਼ਬਦ ਕਾਗਜ਼ ਨਹੀਂ ਆਉਂਦਾ, ਕਾਗਦ ਆਉਂਦਾ ਹੈ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਤਨ ਮਸ। ਜੇ ਅਸੀਂ ਗੱਲ ਕਰੀਏ ਤੇ ਉਸ ਵੇਲੇ ਪ੍ਰਚਲਿਤ ਸ਼ਬਦ ਹੁੰਦਾ ਸੀ ਕਾਗਦ। ਇਸ ਕਰਕੇ ਮੇਰੀ ਜ਼ੁਬਾਨ ਕਦੀ ਕਾਗਦ ਵੀ ਬੋਲਦੀ ਹੈ ਤੇ ਕਦੀ ਕਾਗਜ਼ ਵੀ ਬੋਲਦੀ ਹੈ, ਕਿਉਂਕਿ ਅਜੋਕੇ ਜਿਹੜੇ ਬੱਚੇ ਨੇ ਉਹ ਕਾਗਦ ਨਹੀਂ ਬੋਲਦੇ, ਕਾਗਜ਼ ਬੋਲਦੇ ਨੇ। ਪਰ ਜੇ ਕਾਗਜ਼ ਦੀ ਗੱਲ ਕਰੀਏ ਤੇ ਕਾਗਜ਼ ਦੇ ਵਿੱਚ ਵੀ ਬੜਾ ਕੁਝ ਸੀ। ਕਿਸੇ ਵੇਲੇ ਤਾੜ ਪੱਤਰ ਦੇ ਉੱਪਰ ਵੀ ਲਿਖਿਆ ਜਾਂਦਾ ਹੁੰਦਾ ਸੀ, ਤਰਤਾਰ ਅਪਵਿੱਤਰ ਕਰ ਮਾਨੀਆਂ ਰੇ, ਜੈਸੇ ਕਾਗਰਾ ਕਰ ਤੇ ਵਿਚਾਰੰਗ ਗੁਰਬਾਣੀ ਦੇ ਵਿੱਚ ਜ਼ਿਕਰ ਆ ਜਾਂਦਾ ਹੈ। ਸੋ ਇਸੇ ਪ੍ਰਕਾਰ ਵੀਰਾਂ ਨੇ ਜਿਵੇਂ ਦੱਸਿਆ ਵੀ ਕਿਤੇ ਪੱਤਿਆਂ ਦੇ ਉੱਪਰ ਵੀ ਲਿਖੇ ਜਾਣਾ, ਔਰ ਸਮਾਂ ਪਾ ਕੇ ਕਾਗਜ਼ ਦਾ ਤਿਆਰ ਹੋਣਾ, ਫਿਰ ਸਮਾਂ ਪਾ ਕੇ ਸਿਆਹੀ ਦੇ ਉੱਪਰ ਬਹੁਤ ਵਕਤ ਲੱਗਦਾ ਹੁੰਦਾ ਸੀ। ਔਰ ਸਿਆਹੀ ਦੇਖੀ ਜਾਂਦੀ ਹੁੰਦੀ ਸੀ ਵੀ ਉੱਡ ਨਾ ਜਾਵੇ, ਜੇ ਨਾ ਉੱਡੇ ਇਹਦੇ ਲਈ ਕੀ ਕਰਨਾ ਚਾਹੀਦਾ, ਜਿਵੇਂ ਸੋਨਾ ਮਿਕਸ ਕਰ ਦਿੱਤਾ, ਫੈਲ ਨਾ ਜਾਵੇ, ਇਹਦੇ ਲਈ ਆਹ ਕੈਮੀਕਲ ਪਾ ਦਿੱਤਾ ਜਾਣਾ ਚਾਹੀਦਾ ਹੈ। ਸੋ ਬੜੀ ਪ੍ਰਕਾਰ ਦੀ ਉਸ ਸਮੇਂ ਦੀ ਵੀ ਤਕਨੀਕ ਹੁੰਦੀ ਸੀ ਜਿਹੜੀ ਵਰਤੋਂ ਵਿੱਚ ਲਿਆਂਦੀ ਜਾਂਦੀ ਸੀ। ਆਓ ਆਪਾਂ ਗੱਲਬਾਤ ਕਰਦੇ ਹਾਂ ਵੀਰਾਂ ਦੇ ਨਾਲ। ਵੀਰ ਜੀ, ਜਿਵੇਂ ਤੁਸੀਂ ਆਹ ਸਾਨੂੰ ਜਾਣਕਾਰੀਆਂ ਦੇ ਰਹੇ ਹੋ ਗ੍ਰੰਥਾਂ ਬਾਰੇ, ਹੁਣ ਇਹ ਜਿਹੜੇ ਅਗਲੇ ਪਾਸੇ ਗ੍ਰੰਥ ਨੇ ਇਹ ਕਿਹੜੇ ਕਿਹੜੇ ਨੇ ਜੀ? ਇਹ ਜੀ ਭਾਈ ਸੰਤੋਖ ਸਿੰਘ ਚੂੜਾਮਣੀ ਉਹਨਾਂ ਦਾ ਗ੍ਰੰਥ ਸ਼੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਵਾ ਜੀ, ਤੇ ਬੜਾ ਪ੍ਰਾਚੀਨ ਹੈ। ਹਾਂਜੀ ਬਿਲਕੁਲ, ਇਹ 1882 ਸੰਨ ਦਾ ਲਿਖਿਆ ਹੋਇਆ ਜੀ। ਤੇ ਇਹ ਨਿਤਨੇਮ ਦੀ ਪੋਥੀ ਆ। ਇਹਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਤੇ ਪੰਜੇ ਬਾਣੀਆਂ ਅੰਕਿਤ ਆ। ਬੜੀਆਂ ਪੁਰਾਣੀਆਂ ਪੋਥੀਆਂ ਨੇ। ਔਰ ਇਹ ਕਿਹੜੇ ਗ੍ਰੰਥ ਨੇ ਜੀ? ਜਿਹੜਾ ਇਹ ਗ੍ਰੰਥ ਆ ਜੀ, ਇਹ ਵੈਦ ਪੁਣੇ ਨਾਲ ਸੰਬੰਧਿਤ ਗ੍ਰੰਥ ਵਾ, ਹਕੀਮਾਂ ਨਾਲ ਸੰਬੰਧਿਤ ਆ, ਤੇ ਤਕਰੀਬਨ ਇਹਦੇ ਵਿੱਚ 400 ਬਿਮਾਰੀਆਂ ਦਾ ਇਲਾਜ ਆ। ਜਿੱਦਾਂ ਅੱਜ ਕੱਲ੍ਹ ਬਿਮਾਰੀ ਸ਼ੂਗਰ ਚੱਲਦੀ ਆ, ਇਹਦੇ ਵਿੱਚ ਸ਼ੂਗਰ ਨਹੀਂ ਹੋਊਗਾ, ਇਹਦੇ ਵਿੱਚ ਮਧੂਮੇਹ ਹੋਊਗਾ। ਹਾਂਜੀ, ਤੇ ਹੁਣ ਬਿਮਾਰੀ ਚੱਲਦੀ ਹੈ ਟਾਈਫਾਈਡ, ਤੇ ਇਹਦੇ ਵਿੱਚ ਮਨਿਆਦੀ ਬੁਖਾਰ ਹੋਊਗਾ ਜੀ। ਉਹਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਬੁਖਾਰ ਦੱਸੇ ਹੋਏ ਆ। ਇਹਦੇ ਵਿੱਚ ਮਤਲਬ ਜਿੰਨੇ ਬਿਮਾਰੀਆਂ ਦੇ ਇਲਾਜ, 400 ਬਿਮਾਰੀਆਂ ਦੇ ਇਹਦੇ ਵਿੱਚ ਇਲਾਜ ਚੱਲਦੇ। ਪਰ ਇੱਕ ਚੀਜ਼ ਤੇ ਇਹ ਹੋ ਗਈ, ਤੁਸੀਂ ਬੜਾ ਵਧੀਆ ਉਪਰਾਲਾ ਕੀਤਾ ਵੀ ਇਹ ਜਿਹੜੇ ਪ੍ਰਦਰਸ਼ਨੀ ਕੀਤੀ ਹੈ, ਤੇ ਕਿੰਨਾ ਚੰਗਾ ਹੋਵੇ ਨਾ ਗ੍ਰੰਥਾਂ ਦੇ ਵਿੱਚੋਂ ਇਹ ਚੀਜ਼ਾਂ ਦੱਸ ਕੇ ਤੇ ਅੱਗੇ ਇਲਾਜ ਵੀ ਸ਼ੁਰੂ ਕਰੋ ਨਾ। ਹੁਣ ਲੋਕਾਂ ਨੂੰ ਅੱਜ ਸ਼ੂਗਰ ਦੀ ਪ੍ਰੋਬਲਮ ਹੈ, ਲੋਕਾਂ ਨੂੰ ਕਿਤੇ BP ਦੀ ਪ੍ਰੋਬਲਮ ਹੈ, ਦੱਸੋ ਵੀ ਭਾਈ ਪ੍ਰਾਚੀਨ ਸਮੇਂ ਦੇ ਅੰਦਰ ਵੀ ਜਿਹੜੀ ਸਾਡੀ ਇੰਜ ਕਹਿ ਲਈਏ ਵੀ ਸਭ ਤੋਂ ਪਹਿਲੀ ਪੈਥੀ ਸੀ, ਪ੍ਰਥਮ ਪੈਥੀ ਸੀ, ਉਹ ਆ ਸੀ। ਅੱਜ ਬਹੁਤ ਸਾਰੀਆਂ ਮਾਈਆਂ ਨੇ ਆ ਕੇ ਸਭ ਤੋਂ ਪਹਿਲਾਂ ਇਸੇ ਪੋਥੀ ਨੂੰ ਦੇਖਿਆ ਕਿ ਸਾਨੂੰ ਇਹਦੇ ਵਿੱਚ ਪੜ੍ਹ ਕੇ ਦੱਸੋ ਫਲਾਨੀ ਬਿਮਾਰੀ ਦਾ ਇਲਾਜ ਕੀ ਆ। ਅਗਲੇ ਕਹਿੰਦੀ ਮੈਨੂੰ ਯੂਰਿਕ ਐਸਿਡ ਹੋ ਗਿਆ। ਮੈਂ ਕਿਹਾ ਮਾਤਾ ਜੀ ਮੈਨੂੰ ਯੂਰਿਕ ਐਸਿਡ ਦਾ ਪਤਾ ਨਹੀਂ ਵਿੱਚ ਕੀ ਲਿਖਿਆ ਹੋਊਗਾ, ਤੇ ਆਪਾਂ ਇਹਦੀ ਜ਼ਰੂਰ ਖੋਜ ਕਰਾਂਗੇ, ਹੈ ਨਾ। ਇੱਕ ਦੋ ਮੇਰੇ ਵੀਰਾਂ ਨਾਲ ਗੱਲਬਾਤ ਚੱਲਦੀ ਆ ਕਿ ਆਪਾਂ ਜਿਹੜੇ ਉਹ ਨਾਂ ਆ ਬਿਮਾਰੀਆਂ ਮੁੜ ਕੇ ਖੋਜੀ ਰਜਿੰਦਰ ਸਿੰਘ ਤੋਂ ਅਸੀਂ ਕੀ ਕਰਾਂਗੇ, ਵੈਦ ਰਜਿੰਦਰ ਸਿੰਘ ਜੀ। ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ। ਬਹੁਤ ਚੰਗਾ ਲੱਗਾ ਭਾਜੀ, ਤੁਸੀਂ ਜਾਣਕਾਰੀਆਂ ਦਿੱਤੀਆਂ ਨੇ। ਸੋ ਇੱਥੇ ਇੱਕ ਚੀਜ਼ ਤੇ ਬੜੀ ਕਲੀਅਰ ਹੋ ਗਈ ਹੈ ਵੀ ਵੀਰ ਨੇ ਜਦੋਂ ਪ੍ਰਾਚੀਨ ਗ੍ਰੰਥ ਇਕੱਠੇ ਕੀਤੇ ਨੇ, ਉਦੋਂ ਕਿਸੇ ਦਾਇਰੇ ਵਿੱਚ ਵੱਝ ਕੇ ਨਹੀਂ ਕੀਤੇ ਵੀ ਮੈਂ ਕਿਸੇ ਦਾਇਰੇ ਵਿੱਚ ਵੱਜਾਂ, ਜਿਹੜੇ ਸਿੱਖੀ ਨਾਲ ਜੁੜੇ ਹੋਣਗੇ ਉਹੀ ਗ੍ਰੰਥ ਇਕੱਠੇ ਕਰਾਂ। ਵੀਰ ਕਹਿੰਦਾ ਵੀ ਭਾਵੇਂ ਸਨਾਤਨ ਮਤ ਨਾਲ ਜੁੜੇ ਹੋਏ ਨੇ, ਗੱਲ ਮੇਰਾ ਸ਼ੌਂਕ ਹੈ ਵੀ ਪ੍ਰਾਚੀਨ ਚੀਜ਼ਾਂ ਇਕੱਠੀਆਂ ਕਰਨੀਆਂ। ਕਹਿੰਦੇ ਭਾਵੇਂ ਉਹ ਜਿਹੜੇ ਗ੍ਰੰਥ ਨੇ ਉਹ ਇਸਲਾਮ ਮਤ ਨਾਲ ਜੁੜੇ ਹੋਏ ਨੇ, ਕਹਿੰਦੇ ਮੇਰਾ ਸ਼ੌਂਕ ਆ ਇਕੱਠੀਆਂ ਕਰਨੀਆਂ। ਕੁਝ ਗ੍ਰੰਥ ਆਪਾਂ ਐਸੇ ਵੀ ਵੇਖ ਕੇ ਆਏ ਜਿਹੜੇ ਯੋਗ ਮਤ ਨਾਲ ਜੁੜੇ ਹੋਏ ਨੇ, ਪਰ ਵੀਰ ਕਹਿੰਦੇ ਵੀ ਮੇਰੀ ਲਗਨ ਹੈ, ਮੇਰਾ ਸ਼ੌਂਕ ਹੈ, ਮੈਂ ਪ੍ਰਾਚੀਨ ਚੀਜ਼ਾਂ ਇਕੱਠੀਆਂ ਕਰਦਾ ਮੈਂ। ਹੁਣ ਇੱਥੇ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਆਯੁਰਵੈਦ ਨਾਲ ਜੁੜੀਆਂ ਹੋਈਆਂ ਨੇ, ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਗੱਲ ਕਰ ਲਈਏ, ਨਾਨਕ ਪ੍ਰਕਾਸ਼ ਗ੍ਰੰਥ ਦੀ ਗੱਲ ਕਰ ਲਈਏ, ਤੇ ਉਹ ਸਿੱਖੀ ਨਾਲ ਵੀ ਜੁੜੇ ਹੋਏ ਨੇ। ਸੋ ਕਹਿਣ ਤੋਂ ਭਾਵ ਹੈ ਵੀਰ ਨੇ ਕੋਈ ਕਸਰ ਨਹੀਂ ਛੱਡੀ ਕਿ ਜਿਹੜੀਆਂ ਚੀਜ਼ਾਂ ਨੇ ਉਹ ਇਕੱਠੀਆਂ ਕਰਨ ਦੇ ਵਿੱਚ। ਆਓ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ, ਤੇ ਉਸ ਤੋਂ ਬਾਅਦ ਸਾਡੇ ਵੀਰ ਪਰਮਿੰਦਰ ਸਿੰਘ ਦੀਆਂ ਸੇਵਾਵਾਂ ਵੀ ਆਪਾਂ ਲਵਾਂਗੇ। ਵੀਰ ਜੀ, ਇਹ ਕਿਹੜਾ ਗ੍ਰੰਥ ਹੈ ਜੀ? ਜੀ ਇਹਨਾਂ ਬਾਰੇ ਜਾਣਕਾਰੀ ਦੇ ਦਿਓ। ਸਾਖੀ ਪਹਿਲੀ ਪਾਤਸ਼ਾਹ ਦੀ ਜਨਮ ਸਾਖੀ ਆ 1871 ਸੰਨ ਦੀ ਜੀ। ਬੱਲੇ ਬੱਲੇ ਬੱਲੇ। ਹਾਂਜੀ, ਤੇ ਇਹ ਸਾਹਮਣੇ ਜਿਹੜੀ ਪੋਥੀ ਪਈ ਆ, ਇਹ ਹੈਗੀ ਆ ਸਭ ਤੋਂ ਪਹਿਲਾਂ ਦੇ ਮੂਹਰੇ ਜਫਰਨਾਮਾ ਸਾਹਿਬ ਲਿਖਿਆ ਹੋਇਆ, ਤੇ ਪਿਛਲੇ ਪਾਸੇ ਪੰਜਾਬੀ ਦੇ ਵਿੱਚ ਭਾਈ ਨੰਦ ਲਾਲ ਦੀ ਗਜ਼ਲਾਂ ਲਿਖੀਆਂ ਹੋਈਆਂ ਗੁਰਮੁਖੀ ਦੇ ਵਿੱਚ ਜੀ। ਇਹ ਬਹੁਤ ਰੇਅਰ ਗ੍ਰੰਥ ਹੈ ਜੀ ਇਹ। ਜੀ ਆ ਜਾਓ ਜੀ। ਇਹ ਕਿਹੜਾ ਗ੍ਰੰਥ ਹੈ ਜੀ ਅੱਗੇ? ਇਹ ਜੀ 1882 ਦੇ ਵਿੱਚ ਛਪਿਆ ਹੋਇਆ ਵਿਚਾਰ ਸਾਗਰ ਗ੍ਰੰਥ ਵਾ। ਜਿਵੇਂ ਕਥਾਵਾਚਕਾਂ ਦੇ ਇੱਕ ਬਹੁਤ ਇੰਪੋਰਟੈਂਟ ਗ੍ਰੰਥ ਹੁੰਦੇ ਆ, ਵਿਚਾਰ ਸਾਗਰ, ਵਿਚਾਰ ਮਾਲਾ, ਉਹਦੇ ਵਿੱਚ ਇੱਕ ਗ੍ਰੰਥ ਹੈ ਜੋ ਲਾਹੌਰ ਵਿਖੇ ਲਿਖਿਆ ਗਿਆ ਸੀ ਜੀ, ਇਹ ਵਿਚਾਰ ਸਾਗਰ ਗ੍ਰੰਥ ਜੀ। ਪਰ ਇੱਕ ਹੋਰ ਜਾਣਕਾਰੀਆਂ ਦਿਓ, ਜਿਵੇਂ ਤੁਸੀਂ ਬੜਾ ਜਾਂਦੇ ਹੋ, ਵਿਦਵਾਨਾਂ ਦੇ ਨਾਲ ਬੈਠਦੇ ਹੋ, ਕਿਸੇ ਪ੍ਰਚਾਰਕ ਦੇ ਕੋਲ ਜਾਂ ਕਿਸੇ ਖੋਜੀ ਕੋਲੇ, ਕਿਸੇ ਫਿਲਾਸਫਰ ਦੇ ਕੋਲੇ, ਇਹ ਤੁਹਾਨੂੰ ਐਸੀਆਂ ਕੋਈ ਚੀਜ਼ਾਂ ਮਿਲੀਆਂ ਜਿਵੇਂ ਆ ਵਿਚਾਰ ਸਾਗਰ ਦੀ ਗੱਲ ਕੀਤੀ, ਇਸ ਤਰੀਕੇ ਦੇ ਗ੍ਰੰਥ ਪਏ ਹੁਣ ਕੋਈ? ਤਕਰੀਬਨ ਪਏ ਤਾਂ ਬਹੁਤਿਆਂ ਕੋਲ ਹੁੰਦੇ, ਪਰ ਕੋਈ ਦਿੰਦਾ ਕੋਈ ਨਹੀਂ ਗਾ।
ਤੇ ਮੇਰੇ ਵੀਰ ਆ, ਜਿਵੇਂ ਵੀਰ ਗੁਰਜਿੰਦਰ ਸਿੰਘ ਇਸੇ ਗੁਰੂ ਘਰ ਦੇ ਹੈੱਡ ਗ੍ਰੰਥੀ ਆ, ਤੇ ਵੀਰ ਰਣਜੀਤ ਸਿੰਘ ਦਮਦਮੀ ਟਕਸਾਲ ਤੋਂ ਕਈ ਵਾਰ ਪੋਥੀਆਂ ਸਾਨੂੰ ਇਦਾਂ ਦੀਆਂ ਪ੍ਰਾਪਤ ਹੁੰਦੀਆਂ ਆ ਕਿ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਨਹੀਂ ਹੁੰਦੀ ਕਿ ਉਹ ਕੀ ਲਿਖਿਆ ਆ, ਕਿਉਂਕਿ ਮੈਂ ਸੰਥਿਆ ਨਹੀਂ ਲਈ ਹੈਗੀ, ਪਰ ਫਿਰ ਵੀ ਜਿੰਨੀ ਕਿ ਮਹਾਰਾਜ ਨੇ ਕਿਰਪਾ ਕੀਤੀ ਆ ਆਪਾਂ ਦੇਖ ਲਈਦਾ ਕੀ ਆ। ਫਿਰ ਮੇਰਾ ਵੀਰ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਗੁਰਜਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼ਹੀਦਾਂ ਵਾਲੇ, ਤੇ ਉਹ ਮੇਰੀ ਬਹੁਤ ਹੈਲਪ ਕਰਦੇ ਆ ਦੱਸਣ ਨੂੰ ਕਿ ਇਹ ਮਤਲਬ ਕੀ ਆ, ਤੇ ਜੇ ਸਾਨੂੰ ਨਹੀਂ ਕੋਈ ਪਤਾ ਲੱਗਦਾ, ਕਿਉਂਕਿ ਬਹੁਤ ਸਾਰੀਆਂ ਪੋਥੀਆਂ ਇਹੋ ਜਿਹੀਆਂ ਹੁੰਦੀਆਂ ਜਿਹੜੀ ਉਰਦੂ ਵਿੱਚ ਹੁੰਦੀਆਂ ਆ। ਜਿਹੜੇ ਮੇਰੇ ਤੋਂ ਵੱਡੇ ਵੀਰ ਆ ਫਿਰ ਦਲਵੀਰ ਸਿੰਘ, ਇਸੇ ਕਰਕੇ ਉਹਨਾਂ ਨੂੰ ਮੈਂ ਉਰਦੂ ਪੜ੍ਹਨ ਲਾਇਆ ਸੀਗਾ। ਹੁਣ ਉਹ ਅੱਜ ਉਰਦੂ, ਫਾਰਸੀ ਤੇ ਅਰਬੀ ਪੜ੍ਹ ਲੈਂਦੇ ਆ, ਤੇ ਸਾਨੂੰ ਹੁਣ ਬੜਾ ਸੌਖਾ ਲੱਗਦਾ ਕੰਮ ਜੋ ਦੇਖਣਾ ਹੁੰਦਾ ਕੁਝ। ਬਿਲਕੁਲ ਜੀ, ਇਹ ਚੀਜ਼ਾਂ ਜਦੋਂ ਤੁਸੀਂ ਪ੍ਰਾਚੀਨ ਗ੍ਰੰਥ ਇਕੱਠੇ ਕਰਨੇ ਨੇ ਤਾਂ ਕੁਦਰਤੀ ਗੱਲ ਹੈ ਤੁਹਾਨੂੰ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ, ਉਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਇਹ ਹੋਣਾ ਚਾਹੀਦਾ ਹੈ। ਫਿਰ ਵੀ ਪ੍ਰਾਚੀਨ ਗ੍ਰੰਥ ਜਿੰਨੇ ਤੁਹਾਡੇ ਕੋਲ ਨੇ ਸਾਂਭ ਸੰਭਾਲ ਕਿਵੇਂ ਕਰਦੇ ਹੋ? ਫਿਲਹਾਲ ਤਾਂ ਮੇਰੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੱਥ ਲਿਖਤ ਸਰੂਪ ਵੀ ਹੈਗੇ ਆ, ਪਰ ਉਹ ਘਰ ਕਮਰਾ ਨਾ ਹੋਣ ਕਰਕੇ ਮੈਂ ਆਪਣੀ ਮੇਰੀ ਸਿਸਟਰ ਵਾ ਨਵਾਂਸ਼ਹਿਰ, ਉਹਨਾਂ ਦੇ ਘਰ ਪ੍ਰਕਾਸ਼ ਕੀਤੇ ਹੋਏ ਆ। ਮੇਰੇ ਕੋਲ ਇੱਕ 4.25 ਇੰਚ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਵੀ ਹੈਗਾ ਆ, ਸਿਰਫ 4.25 ਇੰਚ ਦਾ। ਤੇ ਮੇਰੇ ਕੋਲ ਇੱਕ ਲਾਹੌਰ ਛਾਪੇ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਵੀ ਹੈਗਾ, 10ਵੇਂ ਗ੍ਰੰਥ ਦਾ ਸਰੂਪ ਵੀ ਹੈਗਾ ਆ। ਤੇ ਜਿਹੜੀ ਪੋਥੀਆਂ ਆ ਤੇ ਇਹ ਮੈਂ ਸਾਰੇ ਆਪਣੇ ਘਰੇ ਰੱਖਦਾ ਆ ਰਾਮਪੁਰ ਵਿਖੇ, ਤੇ ਜਿਹੜੇ ਮਹਾਰਾਜ ਸਰੂਪ ਆ ਉਹ ਨਵੇਂ ਸ਼ਹਿਰ ਅਸੀਂ ਬਿਰਾਜਮਾਨ ਕੀਤੇ ਹੋਏ ਆ ਜੀ ਵੀ ਕਾਫੀ ਜਗ੍ਹਾ ਦੇ ਉੱਪਰ। ਪਰ ਇਹਨਾਂ ਦੀ ਸਾਂਭ ਸੰਭਾਲ ਜਿਵੇਂ ਕੀੜਾ ਲੱਗਣ ਤੋਂ ਬਚਾ ਕਿਵੇਂ ਕਰਦੇ ਹੋ? ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਜਿਵੇਂ ਵੀਰ ਵਰਿੰਦਰ ਸਿੰਘ ਘੋੜੇਵਾਹੇ ਪਿੰਡ ਤੋਂ ਆ, ਉਹਨਾਂ ਦਾ 10 ਸਾਲ ਦਾ ਤਜਰਬਾ ਆ। ਉਹ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਇਸ ਜੌਬ ਕਰਦੇ ਸੀਗੇ, ਪਰ ਅੱਜ ਉਹ ਉੱਥੋਂ ਹਟ ਗਏ ਆ, ਤੇ ਉਹ ਸਾਡੇ ਘਰ ਆ ਕੇ ਤਾਂ ਜਿਲਦਾ ਵੀ ਬੰਨ੍ਹ ਦਿੰਦੇ ਆ, ਤੇ ਇਹਨੂੰ ਕੱਲੇ ਅੰਗ ਨੂੰ ਲੈਮੀਨੇਟ ਵੀ ਕਰ ਦਿੰਦੇ ਆ। ਅੱਛਾ, ਲੈਮੀਨੇਟ ਕਰ ਦਿੰਦੇ ਆ? ਜੀ ਬਿਲਕੁਲ ਜੀ, ਮਤਲਬ ਇਦਾਂ ਕਿ ਲੈਮੀਨੇਟ ਕੈਮੀਕਲ ਦੇ ਨਾਲ ਕੀਤਾ ਜਾਂਦਾ ਆ। ਕੱਲੇ ਅੰਗ ਨੂੰ ਡੁਬੋ ਕੇ ਪਾਣੀ ਦੇ ਵਿੱਚ ਕੈਮੀਕਲ ਤਿਆਰ ਕਰਕੇ, ਤੇ ਉਹਦੀ ਇੱਕ ਪਰਤ ਚੜ੍ਹ ਜਾਂਦੀ ਆ ਪੇਪਰ ਦੇ ਉੱਪਰ, ਤੇ ਫਿਰ ਉਹਦੀ ਮਨਿਆਦ 200-250 ਸਾਲ ਹੋਰ ਵੱਧ ਜਾਂਦੀ ਆ। ਤੇ ਜਿੰਨੀ ਕੁ ਸਾਡੀ ਸੇਵਾ ਆਪਾਂ ਨਿਭਾ ਜਾਣੀਆਂ ਹੁਣ, ਤੇ ਸਾਡੇ ਤੋਂ ਗਾਹਾਂ ਵਾਲੀ ਪੀੜ੍ਹੀਆਂ ਫਿਰ ਉਹਨਾਂ ਦੀ ਸੇਵਾ ਉਹ ਸਾਂਭੇ। ਹਾਂਜੀ, ਵੀ 200 ਸਾਲ ਤੱਕ ਦਾ ਪ੍ਰਬੰਧ ਜਿਹੜਾ ਉਹ ਆਪਾਂ ਕਰ ਜਾਂਦੇ ਆ। ਬਿਲਕੁਲ ਜੀ। ਸੋ ਦਰਸ਼ਕੋ, ਗੱਲਬਾਤ ਕਰਦਾ ਵਾਂ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਬੜੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਾਂ ਮਾਲਪੁਰ ਦੀ ਧਰਤੀ ਤੇ ਅੱਜ ਆਇਆ ਵਾਂ, ਕਿਉਂਕਿ ਪ੍ਰਦਰਸ਼ਨੀ ਦਾ ਆਯੋਜਨ ਵੀਰਾਂ ਨੇ ਕੀਤਾ ਸੀ, ਇਸ ਕਰਕੇ ਚਿੱਤ ਕੀਤਾ ਕਿ ਅੱਜ ਮੈਂ ਸਪੈਸ਼ਲ ਸਮਾਂ ਕੱਢਾਂ, ਨਾਲੇ ਦਰਸ਼ਨ ਦੀਦਾਰ ਕਰਕੇ ਜਾਵਾਂ, ਤੇ ਨਾਲੇ ਇਸ ਇਤਿਹਾਸਿਕ ਪ੍ਰਦਰਸ਼ਨੀ ਦੇ ਵਿੱਚ ਜੋ ਗਿਆਨ ਹੈ ਜਾਂ ਜੋ ਚੀਜ਼ਾਂ ਨੇ, ਇੱਥੇ ਬੜਾ ਕੁਝ ਐਸਾ ਹੈ। ਇੱਕ ਐਸੀ ਇੱਟ ਪਈ ਹੈ ਜਿਹੜੀ ਪਾਣੀ ਦੇ ਵਿੱਚ ਨਹੀਂ ਡੁੱਬਦੀ। ਪੁਰਾਣੇ ਸਮੇਂ ਦੀ ਤਕਨੀਕ ਹੁੰਦੀ ਸੀ, ਜਦੋਂ ਦਰਿਆਵਾਂ ਤੇ ਪੁਲ ਬਣਾਏ ਜਾਂਦੇ ਹੁੰਦੇ ਸੀ ਤੇ ਉਹਨਾਂ ਨੂੰ ਇੱਟਾਂ ਨੂੰ ਰੱਸੀਆਂ ਪਾ ਕੇ ਉਹ ਦਰਿਆ ਦੇ ਵਿੱਚ ਪਾਇਆ ਜਾਂਦਾ ਹੁੰਦਾ ਸੀ, ਕਿਉਂਕਿ ਦਰਿਆ ਅੱਜ ਵੰਡੇ ਗਏ। ਜੇ ਦਰਿਆਵਾਂ ਦੀ ਗੱਲ ਕਰਾਂ ਤੇ ਦਰਿਆ ਅਸਲ ਦੇ ਵਿੱਚ ਗੋਡ ਮੇਡ ਨੇ, ਨਹਿਰਾਂ ਮੈਨ ਮੇਡ ਨੇ। ਹੁਣ ਨਹਿਰਾਂ ਬੰਦੇ ਦੀਆਂ ਬਣਾਈਆਂ ਹੋਈਆਂ ਨੇ, ਉਦੋਂ ਨਹਿਰਾਂ ਨਹੀਂ ਸੀ ਆਮ ਕਰਕੇ ਬਣੀਆਂ, ਦਰਿਆ ਹੁੰਦੇ ਸੀ। ਤੇ ਕੁਦਰਤੀ ਗੱਲ ਹੈ, ਦਰਿਆਵਾਂ ਦਾ ਪਾਣੀ ਜਿਹੜਾ ਸੀ ਕੁਦਰਤੀ ਵਹਿਣ ਹੁੰਦਾ ਸੀ। ਹੁਣ ਤੇ ਵਹਿਣ ਵੀ ਕੁਦਰਤੀ ਨਹੀਂ ਨਾ ਰਹਿ ਗਏ। ਵੈਸੇ ਹੁਣ ਤੇ ਕੁਝ ਵੀ ਕੁਦਰਤੀ ਨਹੀਂ ਅਸੀਂ ਰਹਿਣ ਦਿੱਤਾ। ਦਰਿਆਵਾਂ ਦਾ ਵਹਿਣ ਕੁਦਰਤੀ ਹੁੰਦਾ ਸੀ, ਡੈਮ ਨਹੀਂ ਸੀ ਬਣੇ। ਡੈਮ ਬਣਾ ਕੇ ਅਸੀਂ ਕੀ ਗੌਰਮੈਂਟ ਰਹਿਣ ਦਿੱਤਾ, ਉਹ ਵੀ ਮੈਨਮੇਡ ਹੀ ਹੋ ਗਿਆ। ਵੀ ਜੇ ਚਿੱਤ ਕਰੇ ਪਾਣੀ ਛੱਡ ਦਿਓ, ਚਿੱਤ ਕਰੇ ਤੇ ਸੋਕਾ ਪਾ ਦਿਓ। ਪਰ ਉਹ ਜਿਹੜਾ ਵਕਤ ਹੁੰਦਾ ਸੀ, ਦਰਿਆ ਆਪਣੇ ਵਹਿਣ ਦੇ ਵਿੱਚ ਵਗਦੇ ਹੁੰਦੇ ਸੀ। ਤੇ ਇੰਜ ਮੈਂ ਕਹਿ ਸਕਦਾ ਵਾਂ ਕਿ ਉਸ ਸਮੇਂ ਦੀ ਜੇ ਆਪਾਂ ਹੋਰ ਗੱਲਬਾਤ ਕਰੀਏ ਤੇ ਕੁਦਰਤੀ ਵਹਿਣ ਇੰਨੇ ਕੁ ਜ਼ਿਆਦਾ ਵਗਦੇ ਹੁੰਦੇ ਸੀ। ਜੇ ਹੁਸ਼ਿਆਰਪੁਰ ਦੀ ਵੀ ਗੱਲ ਕਰੀਏ ਤੇ ਇੱਥੇ ਵੀ ਬਹੁਤ ਜ਼ਿਆਦਾ ਚੋਅ ਹੁੰਦੇ ਸਨ। ਜੇ ਚੋਆਂ ਦੀ ਵੀ ਗੱਲਬਾਤ ਕਰਾਂ ਤੇ ਅੱਜ ਉਹ ਚੋਅ ਇਹਨਾਂ ਇਲਾਕਿਆਂ ਦੇ ਵਿੱਚ ਬੜੇ ਸੁੱਕੇ ਪਏ ਹੋਏ ਨੇ, ਕਿਉਂਕਿ ਸਮੇਂ ਦੇ ਨਾਲ ਕੁਝ ਚੀਜ਼ਾਂ ਬਦਲ ਗਈਆਂ, ਸਮੇਂ ਦੇ ਨਾਲ ਕਰਵਟ ਆਈ, ਕਾਫੀ ਚੀਜ਼ਾਂ ਦੇ ਵਿੱਚ ਤਬਦੀਲੀ ਆਈ ਹੈ। ਪਰ ਜਿੱਥੇ ਮੈਂ ਤੁਹਾਨੂੰ ਲਿਆਉਣਾ ਚਾਹੁੰਦਾ ਵਾਂ, ਜੇ ਅਸੀਂ ਇੱਥੋਂ ਦੀ ਗੱਲਬਾਤ ਕਰੀਏ ਤੇ ਇੱਥੇ ਕੁਝ ਵੀਰਾਂ ਨੇ ਜਿਹੜੀਆਂ ਚੀਜ਼ਾਂ ਸਾਂਭੀਆਂ ਹੋਈਆਂ ਨੇ, ਉਹ ਮੈਂ ਬੜਾ ਹੈਰਾਨ ਹੋ ਜਾਂਦਾ ਵਾਂ ਕਿ ਇੰਨੀ ਕੁ ਬਰੀਕੀ ਵਿੱਚ ਜਾ ਕੇ ਸਾਂਭੀਆਂ ਹੋਈਆਂ ਨੇ ਕਿ ਜੇ ਪਿਛੋਕੜ ਦੇ ਵਿੱਚ ਇਹਨਾਂ ਦੇ ਚਲੇ ਜਾਈਏ ਤੇ ਮੇਰੇ ਖਿਆਲ ਦੇ ਵਿੱਚ ਸ਼ਾਇਦ ਕਿਸੇ ਪ੍ਰਚਾਰਕ ਕੋਲੇ ਹੋਣਗੇ ਤੇ ਸਾਈ ਗ੍ਰੰਥ ਬੜੀ ਪ੍ਰਕਾਰ ਦੇ ਹੋ ਸਕਦੇ ਨੇ, ਪਰ ਉਹਨਾਂ ਗ੍ਰੰਥਾਂ ਦੇ ਵਿੱਚ ਲਿਖਿਆ ਕੀ ਹੈ ਸ਼ਾਇਦ ਇਹ ਜਾਣਕਾਰੀਆਂ ਅੱਗੇ ਦੇਣ ਵਾਸਤੇ ਨਹੀਂ ਹੈ। ਉਹ ਗ੍ਰੰਥ ਹੋਣਗੇ ਪਰ ਕਿਹੜੀ ਭਾਸ਼ਾ ਦੇ ਵਿੱਚ ਲਿਖੇ ਹੋਏ ਨੇ ਸਾਡੇ ਕੋਲ ਸ਼ਾਇਦ ਇਹ ਜਾਣਕਾਰੀਆਂ ਨਹੀਂ ਹੈ। ਇਸੇ ਪ੍ਰਕਾਰ ਸਮਾਂ ਪਾ ਕੇ ਉਹ ਚੀਜ਼ਾਂ ਸਮਾਪਤ ਹੋ ਜਾਂਦੀਆਂ ਨੇ, ਨਿਬੜ ਜਾਂਦੀਆਂ ਨੇ। ਪਰ ਮੇਰੇ ਵੀਰਾਂ ਨੇ ਜਿਹੜਾ ਉਦਮ ਤੇ ਉਪਰਾਲਾ ਕੀਤਾ ਹੋਇਆ ਬੜਾ ਸ਼ਲਾਘਾਯੋਗ ਹੈ। ਤੇ ਜਿਵੇਂ ਮੈਂ ਤੁਹਾਨੂੰ ਦੱਸਦਾ ਸੀ ਇੱਟਾਂ ਦੀ ਗੱਲ, ਉਸ ਸਮੇਂ ਫਿਰ ਦਰਿਆ ਕੁਦਰਤੀ ਵਹਿਣ ਦੇ ਵਿੱਚ ਵਹਿੰਦੇ ਹੁੰਦੇ ਸੀ। ਕੁਦਰਤੀ ਵਹਿਣ ਦੇ ਵਿੱਚ ਵਹਿਣ ਕਰਕੇ ਪਾਣੀ ਬੜਾ ਡੂੰਘਾ ਤੇ ਤੇਜ਼ ਹੁੰਦਾ ਸੀ। ਫਿਰ ਉਹ ਇੱਟਾਂ ਨੂੰ ਰੱਸੀਆਂ ਪਾ ਕੇ ਪਾਣੀ ਦੇ ਵਿੱਚ ਡੋਬਦੇ ਹੁੰਦੇ ਸੀ ਤੇ ਇੱਟ ਜਿਹੜੀ ਤਰ ਜਾਂਦੀ ਹੁੰਦੀ ਸੀ, ਉਹ ਇੱਕ ਕੁਦਰਤੀ ਪੁਲ ਬਣਾ ਕੇ, ਛੋਟਾ ਜਿਹਾ, ਕੁਦਰਤੀ ਨਾ ਕਹਿ ਸਕਾਂ, ਇੱਕ ਟੈਂਪਰੇਰੀ ਪੁਲ ਬਣਾ ਕੇ ਉਹਦੇ ਤੇ ਆਪਣਾ ਕੰਮ ਕਰ ਦਿੰਦੇ ਹੁੰਦੇ ਸੀ। ਸੋ ਅੱਜ ਉਹ ਇੱਟ ਵੀ ਤੁਹਾਨੂੰ ਵਿਖਾਵਾਂਗਾ ਜਿਹੜੀ ਪਾਣੀ ਵਿੱਚ ਡੁੱਬਦੀ ਨਹੀਂ, ਪਾਣੀ ਦੇ ਵਿੱਚ ਤੈਰਦੀ ਹੈ। ਉਹ ਕਿਹੜਾ ਕੈਮੀਕਲ ਹੋਵੇਗਾ, ਕਿਹੜੀਆਂ ਧਾਤਾਂ ਹੋਣਗੀਆਂ, ਉਹਦੇ ਬਾਰੇ ਜਾਣਕਾਰੀ ਹੈ ਵੀਰ ਸਾਨੂੰ ਦੇਣਗੇ। ਪ੍ਰਾਚੀਨ ਸ਼ਸਤਰ ਵੀ ਤੁਹਾਨੂੰ ਵਿਖਾਵਾਂਗਾ ਤੇ ਪ੍ਰਾਚੀਨ ਸਿੱਕੇ ਵੀ ਤੁਹਾਨੂੰ ਵਿਖਾਵਾਂਗਾ। ਬੜੀ ਛੇਤੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਰਿਹਾ ਮੈਂ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।